ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਅੱਜ ਜਿਹੜੀ ਗੱਲਬਾਤ ਕਰਾਂਗੇ ਮੇਰੇ ਵਰ੍ਹਿਆਂ ਤੋਂ ਨਿੱਘੇ ਦੋਸਤ ਨੇ, ਪੱਤਰਕਾਰੀ ਦੇ ਖੇਤਰ ਦੇ ਵਿੱਚ ਬਹੁਤ ਜਾਣਿਆ ਪਛਾਣਿਆ ਨਾਮ। ਜਿਹੜੀ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਜਿਹੜੇ ਲੋਕ ਪੜ੍ਹ ਕੇ ਕਿਸੇ ਚੀਜ਼ ਨੂੰ ਸਟੱਡੀ ਕਰਕੇ ਜਦੋਂ ਗੱਲ ਕਰਦੇ ਨੇ, ਉਹਨਾਂ ਦੇ ਵਿੱਚ ਕੁਦਰਤੀ ਆ ਕਿ ਉਹ ਠਰਮਾ ਆ ਜਾਂਦਾ ਫਿਰ, ਕਿਉਂਕਿ ਉਹ ਖਾਲੀ ਭਾਂਡੇ ਵਾਂਗੂ ਖੜਕਦੇ ਨੇ ਵੀ। ਕਿਉਂਕਿ ਅੱਜ ਕੱਲ੍ਹ ਜੇ ਤੁਸੀਂ ਦੇਖਿਆ ਹੋਵੇ ਤਾਂ ਇੱਕ ਟਰੈਂਡ ਇਹ ਚੱਲਦਾ ਕਿ ਜਿੰਨਾ ਤੁਸੀਂ ਕੱਟੋਗੇ ਉਹਨੂੰ ਇੰਟਰਵਿਊ ਸਮਝਿਆ ਜਾਂਦਾ, ਸਾਹਮਣੇ ਵਾਲੇ ਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਉਹਦੇ ਵਿੱਚ ਜਿਸ ਚੀਜ਼ ਦੇ ਮੈਂ ਬਹੁਤ ਰਿਗਾਰਡ ਕਰਦਾ ਉਹਨਾਂ ਦਾ, ਸ਼ੁਰੂ ਤੋਂ ਜਦੋਂ ਤੋਂ ਮੈਂ ਉਹਨਾਂ ਨੂੰ ਜਾਣਦਾ, ਤੇ ਉਹਨਾਂ ਦੇ ਵਿੱਚ ਬਹੁਤ ਠਰਮਾ ਆ। ਗੱਲ ਕਰਕੇ ਅਗਲੇ ਨੂੰ ਜਵਾਬ ਦੇਣ ਦਾ ਪੂਰਾ ਮੌਕਾ ਦਿਓ। ਦਲਜੀਤ ਅੰਮੀ ਜੀ ਦੇ ਨਾਲ ਗੱਲਬਾਤ ਕਰਾਂਗੇ, ਔਰ ਗੱਲਬਾਤ ਕਰਨ ਦਾ ਮਕਸਦ ਜਿਹੜਾ, ਇੱਕ ਤਾਂ ਜਿਹੜੀ ਚੇਂਜਸ ਆ ਰਹੀ ਹੈ ਬੜੀ ਵੱਡੀ, ਉਹਦੇ ਕੁਝ ਚੇਂਜਸ ਦੇ ਉੱਤੇ ਗੱਲ ਕਰਾਂਗੇ। ਜਿਹੜੀ ਮੀਡੀਆ ਦੇ ਰੂਪ ਦੇ ਵਿੱਚ YouTube ਦੇ ਉੱਤੇ ਬਹੁਤ ਸਾਰੇ ਨਾਮਵਰ ਪੱਤਰਕਾਰ ਨੇ ਜਿਹੜੇ ਇੱਧਰ ਨੂੰ, ਉਹਨਾਂ ਨੂੰ ਮਜਬੂਰੀਆਂ ਦੇ ਤਹਿਤ ਆਉਣਾ ਪਿਆ। ਮਜਬੂਰੀਆਂ ਕੀ ਨੇ ਉਹਦੀ ਵੀ ਗੱਲ ਥੋੜੀ ਜਿਹੜੀ ਕਰਦੇ ਆ। ਬੜੇ ਵੱਡੇ ਵੱਡੇ ਨਾਮ ਨੇ, ਮਿਲੀਅਨਸ ਦੇ ਵਿੱਚ ਹੁਣ ਉਹਨਾਂ ਦੇ ਫਾਲੋਅਰਸ ਨੇ। ਅਮੀ ਜੀ ਧੰਨਵਾਦ ਗੱਲਬਾਤ ਕਰਨ ਦੇ ਵਾਸਤੇ। ਜੀ ਪਨੂ ਸਾਹਿਬ ਸਤਿ ਸ਼੍ਰੀ ਅਕਾਲ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਸਭ ਤੋਂ ਪਹਿਲਾਂ ਤਾਂ ਅਮੀ ਜੀ ਇਹ ਜਾਣਨਾ ਚਾਹੁੰਦਾ, ਜਿਹੜਾ ਤੁਹਾਡਾ ਨਵਾਂ ਤੁਸੀਂ ਵੈਂਚਰ ਜਿਹੜਾ ਉਹ ਸਟਾਰਟ ਕੀਤਾ, ਹੁਣ ਤੁਸੀਂ ਆਏ ਹੋ BBC ਤੱਕ, ਕਿਉਂਕਿ ਸਾਡੇ ਸਭ ਦੇ ਵਾਸਤੇ, ਖਾਸ ਤੌਰ 'ਤੇ ਪੰਜਾਬੀਆਂ ਦੇ ਵਾਸਤੇ BBC ਬਹੁਤ ਵੱਡਾ ਨਾਮ ਹੈ ਜੀ। ਕਿਉਂਕਿ ਕੋਈ ਸਮਾਂ ਸੀਗਾ ਜਦੋਂ ਮੇਰੇ ਦਾਦਾ ਜੀ ਵੀ ਕਹਿੰਦੇ ਹੁੰਦੇ ਸੀ ਕਿ ਵੀ ਉਹ ਚੈਨਲ ਲੱਭ ਕੇ ਦੇ BBC, ਉਹਦਾ ਵਿਸ਼ਵਾਸ ਹੈ ਬੜਾ ਵੱਡਾ। ਉੱਥੋਂ ਤੱਕ ਜਿਹੜਾ ਪਹੁੰਚ ਆਉਣਾ, ਹੱਥ ਲਾ ਆਉਣਾ, ਬੜੀ ਵੱਡੀ ਗੱਲ ਹੈ। ਤੁਸੀਂ ਉੱਥੋਂ ਤੱਕ ਜਾ ਆਏ, ਕੰਮ ਵੀ ਉਹਦੇ ਵਿੱਚ ਕਰਿਆ ਏ। ਪਰ ਹੁਣ ਤੁਸੀਂ ਆਪਣੇ ਜਿਹੜੇ ਚੈਨਲ ਵੱਲ ਨੂੰ ਮੁੜੇ, ਇਹ ਕੀ ਹੈ ਔਰ ਕਿਉਂ ਤੁਸੀਂ ਆਏ, ਤੇ ਥੋੜਾ ਜਿਹਾ ਬਰੀਫ ਦੇ ਵਿੱਚ ਇਹਨੂੰ ਦੱਸ ਸਕੋ ਕਿ ਇੱਧਰ ਕਿਉਂ ਆਉਣਾ ਪਿਆ ਔਰ ਕਿਵੇਂ ਤੁਹਾਨੂੰ ਲੱਭਿਆ ਜਾ ਸਕਦਾ ਉਹਦੇ ਵਾਸਤੇ। ਦੇਖੋ, ਜਿੱਥੇ ਤੱਕ BBC ਦਾ ਮਾਮਲਾ ਹੈ ਤੇ ਜਿਹੜੀ ਮੇਰੀ ਸਿਖਲਾਈ ਹੈ ਪੱਤਰਕਾਰ ਦੇ ਤੌਰ ਦੇ ਉੱਤੇ, ਜਾਂ ਉਹ ਤੋਂ ਪਹਿਲਾਂ ਜਿਹੜੀ ਮੇਰੀ ਪੜ੍ਹਾਈ ਹੈ ਬਤੌਰ, ਮੇਰੀ ਜਿਹੜੀ MA ਹੈਗੀ ਆ, ਉਹ ਸਾਰਿਆਂ ਨਾਲੋਂ ਪਹਿਲਾਂ ਮੈਂ ਹਿਸਟਰੀ 'ਚ MA ਕੀਤੀ ਹੈ ਜੀ, ਏਨਸ਼ੀਅੰਟ ਹਿਸਟਰੀ ਦੇ ਵਿੱਚ। ਤੇ ਉਹ ਤੋਂ ਬਾਅਦ ਮੇਰੀ ਦਿਲਚਸਪੀ ਮੀਡੀਆ ਦੇ ਵਿੱਚ ਤੇ ਫਿਲਮਾਂ ਦੇ ਵਿੱਚ ਰਹੀ ਹੈ। ਤੇ ਉਦੋਂ ਤੋਂ ਜਿਹੜੇ ਅਦਾਰਿਆਂ ਬਾਰੇ ਮੈਂ ਪੜ੍ਹਨਾ ਸ਼ੁਰੂ ਕੀਤਾ, ਜਿਨ੍ਹਾਂ ਨੂੰ ਸਮਝਣਾ ਸ਼ੁਰੂ ਕੀਤਾ, ਉਹਨਾਂ ਦੇ ਵਿੱਚੋਂ ਜਿਹੜਾ ਅਦਾਰਾ ਸਿਰਫ ਸਰਕਾਰ ਦੀ ਗੱਲ ਕਰਨ ਵਾਲਾ ਸੀਗਾ ਉਹ BBC ਸੀਗਾ ਜੀ। ਸੋ ਮੇਰੀ ਪੜ੍ਹਾਈ ਇਹ ਹੈ ਨਾ। ਤੇ ਜਦੋਂ ਅਸੀਂ ਹਿੰਦੁਸਤਾਨ ਦੇ ਵਿੱਚ ਗੱਲ ਕਰਦੇ ਹਾਂ ਕਿ BBC ਬਹੁਤ ਵਧੀਆ ਕੰਮ ਕਰਦਾ ਹੈ, ਮੈਂ ਅਕਸਰ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਸਵਾਲ ਪੁੱਛਦਾ ਕਿ ਆਖਰੀ ਵਾਰ ਤੁਸੀਂ ਕਦੋਂ ਇਹਦੇ ਬਾਰੇ ਗੱਲ ਕੀਤੀ ਸੀਗੀ। ਉਹ ਕਹਿੰਦੇ ਨੇ ਜੀ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸਿਰਫ ਇਹੀ ਦੱਸ ਰਿਹਾ ਸੀ। ਮੈਂ ਕਹਿੰਦਾ ਜੀ ਕਿ ਉਹਨੂੰ ਤਾਂ ਹੁਣ 40 ਸਾਲ ਹੋ ਗਏ, 35 ਸਾਲ ਹੋ ਗਏ ਨੇ। ਤੇ ਜੇ ਕੋਈ ਪੱਤਰਕਾਰੀ ਦੇ ਵਿੱਚ 35 ਸਾਲ ਦੇ ਵਿੱਚ ਤੁਹਾਡੇ ਕੋਲ ਮਿਸਾਲ ਨਹੀਂ, ਤੇ ਫਿਰ ਸਾਨੂੰ ਇਹ ਸੋਚਣਾ ਪਊਗਾ ਦੁਬਾਰਾ, ਹਨਾ। ਕਿਉਂਕਿ ਜਿਹੜੇ ਉੱਦਾਂ ਦੇ ਅਦਾਰੇ ਨੇ ਜਿਨ੍ਹਾਂ ਨੂੰ ਸਰਕਾਰਾਂ ਦੀ ਹਮਾਇਤ ਆ, ਸਰਕਾਰਾਂ ਦੀ ਮਦਦ ਨਾਲ ਚੱਲਦੇ ਆ, ਜੇ ਹਿੰਦੁਸਤਾਨ ਦੀ ਸਰਕਾਰ ਕਿਸੇ ਹੋਰ ਮੁਲਕ ਦੇ ਵਿੱਚ ਚੈਨਲ ਚਲਾਊਗੀ ਤੇ ਉਹਦੇ ਜਿਹੜੇ ਪ੍ਰਿਵਿਲੇਜਸ ਨੇ, ਜਿਹੜਾ ਉਹਦੇ ਪਿੱਛੇ ਹਮਾਇਤ ਹੈ, ਉਹ ਐਡੀ ਵੱਡੀ ਹੈ ਕਿ ਤੁਸੀਂ ਬਾਕੀਆਂ ਨਾਲੋਂ ਬਿਹਤਰ ਕੰਮ ਕਰੇਂਗੇ। ਬਾਕੀਆਂ ਨਾਲੋਂ ਬਿਹਤਰ ਕੰਮ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਸ ਕੰਮ ਦੀ ਸਮਰੱਥਾ ਵਰਗਾ ਕੰਮ ਕਰ ਰਹੇ ਹੋ, ਜਿਹੜੇ ਬੰਦੇ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੀ ਸਮਰੱਥਾ ਜਿੰਨਾ ਕੰਮ ਕਰ ਰਹੇ ਹੋ, ਜਾਂ ਜਿਹੜੀ ਸਮੇਂ ਦੀ ਮੰਗ ਹੈ, ਜੋ ਪੱਤਰਕਾਰੀ ਦੇ ਅੰਦਰ ਮੁਮਕਿਨ ਹੈ, ਤੁਸੀਂ ਉਹ ਕਰ ਰਹੇ ਹੋ। ਬਾਕੀਆਂ ਨਾਲੋਂ ਬਿਹਤਰ ਕਰਨਾ ਤੇ ਇੱਕ ਮੈਨੂੰ ਲੱਗਦਾ ਕਿ ਵੀ ਇਹ ਕੋਈ ਮਿਆਰ ਹੀ ਨਹੀਂ ਹੋਣਾ ਚਾਹੀਦਾ। ਜਿਵੇਂ ਜਦੋਂ ਪੰਜਾਬ ਬਾਰੇ ਗੱਲ ਕੀਤੀ ਜਾਂਦੀ ਹੈ ਤੇ ਅਕਸਰ ਇਹ ਕਿਹਾ ਜਾਂਦਾ ਜੀ ਕਿ ਯੂਪੀ ਦੇ ਵਿੱਚ ਤਾਂ ਹਾਲਤ ਇਹ ਤੋਂ ਮਾੜੀ ਹੈ। ਯੂਪੀ ਦੇ ਹਾਲਤ ਵਿੱਚ ਹਾਲਤ ਬਿਹਤਰ ਹੋਣੀ ਚਾਹੀਦੀ ਹੈ, ਬਿਹਾਰ ਦੇ ਵਿੱਚ ਹਾਲਤ ਬਿਹਤਰ ਹੋਣੀ ਚਾਹੀਦੀ ਹੈ, ਪਰ ਸਾਨੂੰ ਵੀ ਸਾਡੇ ਆਪਣੇ ਲੰਘੇ ਇੱਕ ਦਿਨ ਨਾਲ, ਲੰਘੇ 2 ਦਿਨਾਂ ਨਾਲ, ਲੰਘੇ 1 ਸਾਲ ਦੇ ਨਾਲ ਮੁਕਾਬਲਾ ਕਰਕੇ ਆਪਣੀ ਗੱਲ ਕਰਨੀ ਚਾਹੀਦੀ ਹੈ। ਸੋ ਮੈਨੂੰ ਲੱਗਦਾ ਕਿ ਉਹ ਮੇਰੀ ਸਿਖਲਾਈ ਸੀ। ਤੇ ਆਖਰੀ ਫਿਕਰਾ ਮੇਰਾ ਇਹ ਹੈ ਕਿ ਨੋਮ ਚੋਮਸਕੀ ਨੂੰ ਮੈਂ ਬਹੁਤ ਪੜ੍ਹਿਆ ਜਦੋਂ ਮੈਂ ਵਿਦਿਆਰਥੀ ਸੀਗਾ। ਉਹਨਾਂ ਨੇ ਜਦੋਂ ਮੈਂ ਵਿਦਿਆਰਥੀ ਸੀ, ਉਹਨਾਂ ਨੇ ਵੱਡਾ ਸਾਰਾ ਇੱਕ ਲੇਖ ਲਿਖਿਆ ਸੀਗਾ, ਨਾਟੋ ਮੀਡੀਆ ਲਾਈਜ਼। ਨਾਟੋ ਜਿਹੜੇ 4 ਜਿਹੜੇ ਵੱਡੇ ਮੁਲਕ ਨੇ, ਜਿਹਦੇ ਵਿੱਚ ਨਾਰਥ ਅਮਰੀਕਾ ਦੇ ਵਿੱਚੋਂ ਤੇ ਯੂਰਪ ਦੇ ਵਿੱਚੋਂ ਵੱਡੇ ਤਾਕਤਵਰ ਮੁਲਕ ਨੇ, ਤੇ ਮੀਡੀਆ ਕਿਵੇਂ ਰਲ ਕੇ ਝੂਠ ਬੋਲਦਾ। ਤੇ ਉਹ ਸਾਰੀ ਜਿਹੜੀ ਰਿਪੋਰਟ ਦਾ ਜਿਹੜਾ ਵੱਡਾ ਹਿੱਸਾ ਸੀਗਾ ਉਹ ਉਸੇ ਅਦਾਰੇ ਬਾਰੇ ਸੀਗਾ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਤੇ ਉਸ ਤੋਂ ਬਾਅਦ ਜਿਹੜਾ ਨੋਮ ਚੋਮਸਕੀ ਨੇ ਹੀ ਇਹ ਕਿਹਾ ਕਿ ਜਿਹੜਾ UK ਹੈਗਾ ਉਹ ਅਮਰੀਕਾ ਦਾ ਪੈਟ ਹੈ, ਕਿ ਉਹਨਾਂ ਦਾ ਪਾਲਤੂ ਹੈ, ਤੇ ਇਹ ਪਾਲਤੂ ਦਾ ਸਪੋਕਸ ਪਰਸਨ ਹੈ ਨਾ। ਸੋ ਇਸ ਕਰਕੇ ਮਤਲਬ ਮੈਂ ਇਸ ਗੱਲ ਦੇ ਵਿੱਚ ਮੈਨੂੰ ਕੋਈ
ਕਹਿਣ ਦੇ ਵਿੱਚ ਗੁਰੇਜ਼ ਨਹੀਂ, ਜਾਂ ਮੈਂ ਇਹਨੂੰ ਕਦੇ ਵੀ ਸੰਗਦਾ ਨਹੀਂ। ਉੱਥੇ ਵੀ 4 ਸਾਲ ਜਦੋਂ ਮੈਂ ਰਿਹਾ ਤੇ ਮੈਂ ਇਸ ਤੋਂ ਕਦੇ ਗੁਰੇਜ਼ ਨਹੀਂ ਕੀਤਾ ਇਹ ਕਹਿਣ ਤੋਂ। ਤੇ ਇੱਕ ਗੱਲ ਜਿਹੜੀ ਵਾਪਸ ਮੇਰੇ ਤੇ ਸਵਾਲ ਆਊਗਾ ਕਿ ਫਿਰ ਤੁਸੀਂ ਉੱਥੇ ਕਿੱਦਾਂ ਗਏ, ਹਨਾ? ਮੈਂ ਨੌਕਰੀ ਕਰਨ ਲਈ ਕਿਤੇ ਵੀ ਜਾ ਸਕਦਾ। ਮੇਰੀ ਜ਼ਿੰਦਗੀ ਦੇ ਵਿੱਚ ਪੈਸਿਆਂ ਤੋਂ ਬਿਨਾਂ ਕਦੇ ਕੋਈ ਮੁਸ਼ਕਿਲ ਨਹੀਂ ਰਹੀ, ਕੋਈ ਵੀ ਮੁਸ਼ਕਿਲ ਨਹੀਂ ਰਹੀ, ਤੇ ਨੌਕਰੀ ਕਰਨ ਲਈ ਮੈਂ ਕਿਤੇ ਵੀ ਜਾ ਸਕਦਾ। ਤੇ ਇਹਦੇ ਲਈ ਜਿਹੜਾ ਮੈਂ ਹਵਾਲਾ ਦਿੰਦਾ ਹੁੰਦਾ ਕਿ ਜਿਹੜੇ ਪੰਜਾਬ ਤੋਂ ਜਾਂ ਹੋਰ ਮੁਲਕਾਂ ਤੋਂ, ਗਰੀਬ ਮੁਲਕਾਂ ਤੋਂ ਲੋਕ ਜਾ ਕੇ ਅਮੀਰ ਮੁਲਕਾਂ 'ਚ ਬਸੇ ਨੇ, ਖਾਸ ਤੌਰ ਦੇ ਉੱਤੇ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਬਸੇ ਨੇ, ਅਸੀਂ ਹਮੇਸ਼ਾ ਉਹਨਾਂ ਦੀ ਇਹ ਵਕਾਲਤ ਕਰਦੇ ਹਾਂ ਪੂਰੀ ਦੁਨੀਆ ਦੇ ਇਨਸਾਫ ਪਸੰਦ ਕਿ ਉਹਨਾਂ ਨੂੰ ਰੋਜ਼ਗਾਰ ਦੇ ਸਾਰੇ ਮੌਕੇ ਮਿਲਣੇ ਚਾਹੀਦੇ ਨੇ, ਜਿਹਦੇ ਵਿੱਚ ਉਹਨਾਂ ਦੀ ਫੌਜ ਵੀ ਸ਼ਾਮਿਲ ਹੈ। ਉਹ ਉਦੋਂ ਵੀ ਭਰਤੀ ਹੋਣ ਦੀ ਆਪਾਂ ਵਕਾਲਤ ਕਰਦੇ ਹਾਂ ਜਦੋਂ ਉਹ ਇਰਾਕ ਦੇ ਉੱਤੇ, ਅਫਗਾਨਿਸਤਾਨ ਦੇ ਉੱਤੇ ਹਮਲਾ ਕਰ ਰਹੇ ਹੁੰਦੇ ਨੇ ਤੇ ਅਸੀਂ ਹਮਲੇ ਦਾ ਵਿਰੋਧ ਕਰ ਰਹੇ ਹਾਂ। ਸੋ ਇਹ ਥੋੜਾ ਜਿਹਾ ਪੇਚੀਦਾ ਮਾਮਲਾ ਹੈ, ਕਿੱਥੇ ਨੌਕਰੀ ਕਰਨੀ ਹੈ, ਕਿੱਥੇ ਨਹੀਂ ਕਰਨੀ। ਹਾਂਜੀ, ਜਿਹੜਾ ਨਵਾਂ ਤੁਸੀਂ ਹੁਣ ਵੈਂਚਰ ਜਿਹੜਾ ਸ਼ੁਰੂ ਕੀਤਾ, ਮੈਂ ਉਹਦੀ ਵੀਡੀਓ ਜਿਹੜੀ ਉਹ ਫੇਸਬੁੱਕ ਦੇ ਉੱਤੇ ਵੀ ਇੱਕ ਦਿਨ ਸ਼ੇਅਰ ਕੀਤੀ ਸੀ। ਮੈਂ ਤੁਹਾਥੋਂ ਜਾਣਨਾ ਚਾਹੁੰਦਾ ਕਿ ਉਹਦੇ ਵਿੱਚ, ਕਿਉਂਕਿ ਇੱਕ ਡ੍ਰੀਮ ਪ੍ਰੋਜੈਕਟ ਹੁੰਦਾ ਮੇਰਾ ਖਿਆਲ ਕਿਸੇ ਵੀ, ਮੈਂ ਵੀ ਪਛੜ ਗਿਆ ਅਸਲ 'ਚ ਜਿਹੜੇ YouTube ਵਾਲੇ ਮਾਮਲੇ 'ਚ, ਮੈਂ ਵੀ ਪਛੜ ਗਿਆ। ਬਹੁਤ ਦੇਰ ਬਾਅਦ ਮੈਨੂੰ ਲੱਗਿਆ ਕਿ ਨਹੀਂ, ਇੱਕ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੋਣੀ ਚਾਹੀਦੀ ਹੈ। ਕਿਉਂਕਿ ਅਮਿਤ ਜੀ, ਜੋ ਮੈਂ ਸੋਚਦਾ ਕਿ ਜਿਹੜੀਆਂ ਜਦੋਂ ਆਪਾਂ ਨੂੰ ਕੋਈ ਚੀਜ਼ ਚਾਹੀਦੀ ਆਪਾਂ ਗੂਗਲ ਕਰਦੇ ਹਾਂ, ਉਸੇ ਵੇਲੇ ਆਉਂਦੇ ਸਾਲਾਂ ਦੇ ਦੌਰਾਨ ਜਦੋਂ ਜਿਹੜੀਆਂ ਨਵੀਆਂ ਨਸਲਾਂ ਨੇ ਉਹਨਾਂ ਨੇ ਜਾਣਨਾ ਹੋਊਗਾ ਕੁਛ, ਕਿਉਂਕਿ ਮੈਂ ਤੁਹਾਡੇ ਉਹ ਪ੍ਰੋਗਰਾਮ ਜਿਹੜੇ ਕੁਛ ਦੇਖੇ, ਜਿਹੜੇ ਅਜੇ 2-3 ਕਿਸ਼ਤਾਂ ਉਹਦੀਆਂ ਜਿਹੜੀਆਂ ਆਈਆਂ ਨੇ, ਬੜਾ ਤੁਸੀਂ ਡਿਟੇਲ ਦੇ ਵਿੱਚ ਜਾ ਕੇ ਡਿਫਰੈਂਟ ਐਂਗਲ ਤੋਂ ਜਿਹੜਾ ਕਰ ਰਹੇ ਹੋ। ਪਰ ਮੈਂ ਤੁਹਾਡੇ ਜਾਣਨਾ ਚਾਹੁੰਦਾ ਕਿ ਉਹ ਡ੍ਰੀਮ ਕੀ ਆ, ਕਿਉਂਕਿ ਉਹਦੇ ਪਿੱਛੇ ਬਿਨਾਂ ਕਿਸੇ ਸ਼ੱਕ ਦੇ ਵਿਊਅਰਸ ਜਿਹੜੇ ਨੇ ਉਹ ਵਧਾਉਣੇ, ਉਹਨੂੰ ਜਿਹੜੀ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ ਦੇ ਨਾ ਕੁਝ ਬਣਿਆ ਤਾਂ ਕੁਝ ਨਹੀਂ। ਪਰ ਉਹਦੇ ਬਾਵਜੂਦ ਇਸ ਗੱਲ ਦੀ ਤਾਂ ਇੱਕ 100% ਮੈਨੂੰ ਉਮੀਦ ਹੈ ਕਿ ਦਲਜੀਤ ਅਮੀਹੁਰੀ ਉਹਦੇ ਵਿੱਚ ਸਟੈਂਡਰਡ ਕਿਤੇ ਨਹੀਂ ਡਿੱਗਣ ਦੇਣਗੇ। ਉਹਦੇ 'ਚ ਕੀ ਸੁਪਨਾ ਕੀ ਹੈ ਐਕਚੁਅਲੀ ਜੋ ਵੱਖਰਾ ਕਰਨਾ ਚਾਹੁੰਦੇ ਹੋ ਤੁਸੀਂ? ਉਹਦੇ ਵਿੱਚ ਦੇਖੋ, ਵੱਖਰਾ ਤੇ ਕੁਝ ਨਹੀਂ ਹੈਗਾ। ਪੱਤਰਕਾਰੀ ਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ 2-3 ਹੀ ਸਾਡੇ ਉਹ ਰੂਲ ਨੇ ਕਿ ਅਸੀਂ ਜਿਹੜੇ ਸ਼ਹਿਰੀ ਨੇ, ਜਿਹੜੇ ਤੁਹਾਨੂੰ ਪੜ੍ਹਦੇ ਲਿਖਦੇ ਸੁਣਦੇ ਦੇਖਦੇ ਨੇ, ਉਹਨਾਂ ਤੱਕ ਜਾਣਕਾਰੀ ਲੈ ਕੇ ਜਾਣਾ ਤੇ ਉਹਨਾਂ ਨੂੰ ਆਪਣੀ ਸਮਝ ਬਣਾਉਣ ਦੇ ਵਿੱਚ ਮਦਦ ਕਰਨਾ। ਤੇ ਉਹਦੇ ਵਿੱਚ ਜਿਹੜੇ 2 ਮਸਲੇ ਨੇ ਕਿ ਇੱਕ ਪਾਸੇ ਹਕੂਮਤ ਹੈ ਤੇ ਦੂਜੇ ਪਾਸੇ ਆਵਾਮ ਹੈ, ਤੇ ਤੁਸੀਂ ਆਵਾਮ ਦੇ ਪੱਖ ਦੇ ਵਿੱਚ। ਜਦੋਂ ਆਵਾਮ ਦੇ ਅੰਦਰ ਵੰਡੀਆਂ ਪਈਆਂ ਹੋਈਆਂ ਨੇ ਤੇ ਤੁਸੀਂ ਵੰਡੀਆਂ ਪਾਉਣ ਵਾਲੇ ਦੀ ਬਜਾਏ ਇਤਫਾਕ ਦੇ ਪੱਖ ਦੇ ਵਿੱਚ। ਜਦੋਂ ਘਰਾਂ ਦੇ ਅੰਦਰ ਲੜਾਈਆਂ ਹੁੰਦੀਆਂ ਨੇ ਤੇ ਤੁਸੀਂ ਉਦੋਂ ਵੀ ਇਨਸਾਫ ਦੇ ਪੱਖ ਦੇ ਵਿੱਚੋਂ। ਸੋ ਉਹ ਸਿਰਫ ਹਕੂਮਤ ਨਾਲ ਹੀ ਗੱਲ ਕਰਕੇ ਖਤਮ ਨਹੀਂ ਹੋ ਜਾਂਦੀ। ਤੁਸੀਂ ਜਿਹੜੇ ਹੈਗਾ ਕਿ ਸਦਾ ਇੱਕ ਬਿਹਤਰ ਸੱਚ ਦੀ ਭਾਲ ਦੇ ਵਿੱਚੋਂ, ਮੇਰੇ ਲਈ ਸਿਰਫ ਪੱਤਰਕਾਰੀ ਇੰਨਾ ਹੀ ਕੰਮ ਹੈ। ਤੇ ਇਹ ਤੋਂ ਬਾਅਦ ਜਦੋਂ ਕੋਈ ਵਿਸ਼ੇਸ਼ਣ ਲਾਏ ਜਾਂਦੇ ਨੇ ਤੇ ਜਿਹੜੇ ਵਿਸ਼ੇਸ਼ਣ ਜਿਵੇਂ ਤੁਸੀਂ ਲਾਉਂਦੇ ਹੋ ਮੇਰੇ ਨਾਂ ਦੇ ਨਾਲ ਕਿ ਮੈਂ ਕਿਸ ਕਿਸਮ ਦਾ ਪੱਤਰਕਾਰ ਹਾਂ, ਤੇ ਮੈਨੂੰ ਇਹ ਲੱਗਦਾ ਕਿ ਇਹ ਤੁਹਾਡੀ ਯੋਗਤਾ ਵੱਧ ਹੈ, ਮੇਰੀ ਘੱਟ ਹੈ ਨਾ, ਕਿ ਤੁਸੀਂ ਮੈਨੂੰ ਪਰਖਿਆ ਹੈ ਨਾ। ਮੈਂ ਇਸ ਇਮਤਿਹਾਨ 'ਚ ਨਹੀਂ ਬੈਠਿਆ ਸੀਗਾ ਜਿਸ ਦੇ ਵਿੱਚੋਂ ਤੁਸੀਂ ਮੈਨੂੰ ਨੰਬਰ ਦਿੱਤੇ ਨੇ। ਤੇ ਦੂਜਾ ਗੱਲ ਇਹ ਹੈ ਕਿ ਜਿਹੜਾ ਇਹ ਵੈਂਚਰ ਮੈਂ ਸ਼ੁਰੂ ਕੀਤਾ, ਇਹਦੇ ਵਿੱਚ ਕਈ ਸਾਰੀਆਂ ਗੱਲਾਂ ਨੇ। ਇੱਕ ਗੱਲ ਤਾਂ ਇਹ ਹੈ ਕਿ ਬਿਨਾਂ ਸ਼ੱਕ ਇਹ ਮੇਰਾ ਸੁਪਨਾ ਸੀ ਕਿ ਇੱਦਾਂ ਦਾ ਕੁਝ ਕਰਨਾ। ਤੇ ਦੂਜੀ ਗੱਲ ਇਹ ਹੈ ਕਿ ਕਈ ਵਾਰ ਇਹ ਸੁਪਨੇ ਦੇ ਉੱਤੇ ਕੰਮ ਵੀ ਤੁਸੀਂ ਉਦੋਂ ਕਰਨਾ ਸ਼ੁਰੂ ਕਰਦੇ ਹੋ ਜਦੋਂ ਤੁਸੀਂ ਕਿਸੇ ਮਜਬੂਰੀ 'ਚ ਫਸੇ ਹੋ। ਸੋ ਇਹ ਦੋਨਾਂ ਦਾ ਇੱਕ ਜਿਹੜਾ ਮਿਲਗੋਬਾ ਹੈਗਾ ਇਸ ਦੇ ਵਿੱਚ। ਤੇ ਇਹਦੇ ਵਿੱਚ ਜੋ ਮੈਂ ਕਰਨਾ ਚਾਹ ਰਿਹਾ ਆਪਣੇ ਦੋਸਤਾਂ ਮਿੱਤਰਾਂ ਨਾਲ ਰਲ ਕੇ, ਉਹ ਇਹ ਹੈ ਕਿ ਜਦੋਂ ਅਸੀਂ ਕਿਸੇ ਸਮਾਜ ਬਾਰੇ ਸੋਚਦੇ ਹਾਂ, ਉਸ ਸਮਾਜ ਬਾਰੇ, ਜਿਵੇਂ ਅਸੀਂ ਬਚਪਨ ਦੇ ਵਿੱਚ ਬੰਦੇ ਨੂੰ ਗੱਲ ਕਰਦੇ ਹਾਂ ਨਾ ਕਿ ਵੀ ਇਹ ਸੁਰਤ ਸੰਭਾਲ ਲਿਆ, ਹਨਾ। ਤੇ ਅਸੀਂ ਜਿਹੜੀ ਸੁਰਤ ਸੰਭਾਲਣ ਦਾ ਜਿਹੜਾ ਸਾਡੀ ਤਰਤੀਬ ਆ, ਉਹ ਤਾਂ ਉਮਰ ਚੱਲਦੀ ਰਹਿੰਦੀ ਹੈ ਸਮਾਜ ਦੇ ਤੌਰ ਦੇ ਉੱਤੇ, ਸਮਾਜਿਕ ਜੀਵ ਦੇ ਤੌਰ ਦੇ ਉੱਤੇ। ਸੋ ਤੁਸੀਂ ਵੀ ਉੱਥੇ ਇੱਕ ਲੋਰੀ ਦੇਣ ਆਪਣੇ ਸਮਾਜ ਨੂੰ ਆ ਜਾਂਦੇ ਹੋ। ਤੁਹਾਡੇ ਸਿਰ ਤੇ ਵੀ ਕਰਜ਼ਾ ਸਮਾਜ ਨੇ ਤੁਹਾਨੂੰ ਲੋਰੀਆਂ ਦਿੱਤੀਆਂ ਨੇ, ਤੇ ਉਹਦੇ ਵਿੱਚ ਜਾਣਕਾਰੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਲੋਕ ਆਪਣੀ ਗੱਲ ਨੂੰ ਸਮਝ ਸਕਣ। 2 ਗੱਲਾਂ ਨੇ ਇਸ ਵੇਲੇ ਪੱਤਰਕਾਰੀ ਦੇ ਵਿੱਚ। ਇੱਕ, ਸਾਰੀ ਦੀ ਸਾਰੀ ਪੱਤਰਕਾਰੀ ਇਸ ਵੇਲੇ ਸਟੂਡੀਓ ਦੇ ਅੰਦਰ ਆ ਗਈ, ਜਿੱਥੇ ਉਹੀ ਗਿਣਤੀ ਦੇ ਬੰਦੇ ਹਰ ਮੁੱਦੇ ਦੇ ਉੱਤੇ ਮਹਾਰਤ ਪੇਸ਼ ਕਰ ਰਹੇ ਨੇ। ਠੀਕ। ਤੇ ਉਹਦਾ ਇੱਕ ਕਾਰਨ ਇਹ ਹੈ ਕਿ ਵੀ ਛੋਟੇ ਸਟੂਡੀਓਜ਼ ਦੇ ਵਿੱਚੋਂ ਅਸੀਂ ਕੰਮ ਕਰ ਰਹੇ ਹਾਂ, ਤੁਸੀਂ ਤੇ ਮੈਂ ਵੀ ਉਦਾਂ ਹੀ ਕੰਮ ਕਰਦੇ ਹਾਂ ਜੀ। ਬਿਲਕੁਲ ਬਿਲਕੁਲ। ਤੇ ਪਰ ਮੇਰਾ ਜਿਹੜਾ ਇਹ ਹੈ ਕਿ ਮੈਂ ਜੋ ਮੈਂ ਕਰ ਰਿਹਾ, ਮੈਂ ਉਹਦਾ ਆਪ ਬਹੁਤ ਆਲੋਚਕ ਹਾਂ ਤੇ ਇਸ ਤੋਂ ਬਾਹਰ ਨਿਕਲਣਾ ਚਾਹੁੰਦਾ। ਤੇ ਜਿਹੜਾ ਸਟੂਡੀਓ ਦਾ ਕਾਰਨ ਇਹ ਹੈ ਕਿ ਉਹਦੇ ਵਿੱਚ ਜਿਹੜਾ ਐਡੀਟਰ ਹੈ, ਐਡੀਟਰ ਦੀ ਤਾਕਤ ਇੰਨੀ ਜ਼ਿਆਦਾ ਹੋ ਗਈ
ਕਿ ਜਿਹੜੇ ਐਡੀਟਰ ਇਸ ਵੇਲੇ ਮੁਲਕਾਂ ਦੇ ਮੁਖੀਆਂ ਦੇ ਸਾਹਮਣੇ ਚੁਣੇ ਹੋਏ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਦੇ ਬਾਰੇ ਇਹ ਗੱਲ ਕਹਿ ਰਹੇ ਨੇ ਕਿ ਦੇਖੋ ਜੀ ਇਹ ਤੇ ਤਾਨਾਸ਼ਾਹ ਹੋ ਗਏ, ਇਹ ਆਪਣੇ ਮੰਤਰੀਆਂ ਦੀ ਨਹੀਂ ਸੁਣਦੇ। ਉਹ ਭਾਈ ਤੁਹਾਡੇ ਆਪਣੇ ਅਦਾਰਿਆਂ ਦੇ ਵਿੱਚ ਵੀ ਇਹੀ ਹੋ ਗਿਆ। ਤੁਸੀਂ ਵੀ ਕਿਸੇ ਦੀ ਨਹੀਂ ਸੁਣ ਰਹੇ। ਤੁਹਾਡੇ ਅਦਾਰਿਆਂ ਦੇ ਵਿੱਚ ਕੋਈ ਬੰਦਾ ਨਹੀਂ, ਤੁਹਾਡੇ ਅਦਾਰਿਆਂ ਦੇ ਵਿੱਚ ਕੋਈ ਜਮਹੂਰੀਅਤ ਨਹੀਂ। ਮੈਨੂੰ ਬੜਾ ਇਹ ਮਜ਼ਾਕ ਲੱਗਦਾ ਕਿ ਮਤਲਬ ਜਦੋਂ ਬੰਦੇ ਆ ਕੇ, ਕੱਲਾ ਬੰਦਾ ਆ ਕੇ ਡਿਕਟੇਟ ਕਰ ਦਿੰਦਾ ਕਿ ਆਹ ਗੱਲਾਂ ਕਰਨੀਆਂ ਨੇ, ਤੇ ਉਹ ਤੋਂ ਬਾਅਦ ਉਹ ਕਹਿ ਦਿੰਦਾ ਕਿ ਵੀ ਮੋਦੀ ਕਿਸੇ ਨੂੰ ਪੁੱਛਦਾ ਹੀ ਨਹੀਂਗਾ। ਜਿਹੜੇ ਇਹ ਅਦਾਰਿਆਂ ਦੇ ਅੰਦਰ ਛੋਟੇ ਛੋਟੇ ਮੋਦੀ ਹੋ ਗਏ ਨੇ ਹਨਾ, ਉਹਦੇ ਨਾਲ ਵੱਡਾ ਮੋਦੀ ਪੈਦਾ ਹੋਇਆ। ਸੋ ਸਾਨੂੰ ਇਹ ਆਪਣੀ ਸ਼ਨਾਖਤ ਕਰਨੀ ਪਏਗੀ ਕਿ ਅਸੀਂ ਕਿਸੇ ਮਾੜੇ ਰੁਝਾਨ ਨੂੰ ਪੈਦਾ ਕਰਨ ਦੇ ਵਿੱਚ ਕਿੱਥੇ ਚਾਹੁੰਦਿਆਂ ਹੋਇਆਂ, ਨਾ ਚਾਹੁੰਦਿਆਂ ਹੋਇਆਂ, ਸਾਜ਼ਿਸ਼ ਤਹਿਤ ਜਾਂ ਅਣਜਾਣਤਾ ਤਹਿਤ ਆਪਣਾ ਹਿੱਸਾ ਪਾਇਆ। ਸੋ ਇਹਦੇ ਵਿੱਚੋਂ ਮੈਨੂੰ ਲੱਗਦਾ ਬਾਹਰ। ਤੇ ਦੂਜੀ ਗੱਲ ਇਹ ਕਿ ਜਿਹੜੀ ਪੱਤਰਕਾਰੀ ਹੈ, ਪੱਤਰਕਾਰੀ ਨੂੰ ਜਦੋਂ ਅਸੀਂ ਚੌਥਾ ਥੰਮ ਮੰਨਦੇ ਹਾਂ ਜਮਹੂਰੀਅਤ ਦਾ, ਤੇ ਇੱਕ ਤੇ ਇਹ ਗੱਲ ਜਿਹੜੀ ਹੈਗੀ ਹੈ, ਇਹ ਅਸੀਂ ਆਪਣੇ ਆਪ ਨੂੰ ਨੰਬਰ ਦਿੱਤੇ ਹੋਏ ਨੇ ਹਨਾ। ਮੈਂ ਆਪਣੇ ਆਪ ਨੂੰ ਹਮੇਸ਼ਾ 100 ਚ 100 ਹੀ ਨੰਬਰ ਦਿੰਦਾ ਰਿਹਾ। ਤੇ ਜਦੋਂ ਮਾਸਟਰ ਦਿੰਦੇ ਸੀ ਉਹ 35 ਦਿੰਦੇ ਸੀ, ਤੇ ਕਦੇ ਮੈਂ ਇਤਰਾਜ਼ ਨਹੀਂ ਕਰ ਸਕਿਆ ਕਿ 36ਵਾਂ ਕਿਉਂ ਨਹੀਂ ਦਿੱਤਾ ਹਨਾ, ਕਿਉਂਕਿ ਉਹ 35 ਜਾਇਜ਼ ਹੀ ਸੀਗੇ ਜਿਹੜੇ ਉਹਨਾਂ ਨੇ ਦਿੱਤੇ ਸੀਗੇ। ਸੋ ਇਸ ਕਰਕੇ ਅਸੀਂ ਜਿਹੜੇ ਇਹ 35 ਨੰਬਰ ਜਾਂ 33 ਨੰਬਰ ਲੈ ਕੇ ਪਾਸ ਹੋਣਾ ਨਾ, ਉਹਦਾ ਇਮਤਿਹਾਨ ਕਿਸੇ ਹੋਰ ਕੋਲ ਦਈਏ ਜਾ ਕੇ। ਪਹਿਲਾਂ ਆਪਣੇ ਆਪ ਨੂੰ ਚੌਥਾ ਥੰਮ ਕਹਿਣਾ ਬੰਦ ਕਰੀਏ। ਜੇ ਚੌਥਾ ਥੰਮ ਕਹਿਣਾ ਹੈ ਤੇ ਸਾਨੂੰ ਕੁਝ ਚੀਜ਼ਾਂ ਦੀ ਇੱਕ ਬੁਨਿਆਦੀ ਸ਼ਨਾਖਤ ਕਰਨੀ ਹੋਏਗੀ। ਬੁਨਿਆਦੀ ਸ਼ਨਾਖਤ ਇਹ ਹੈ ਕਿ ਬਤੌਰ ਪੱਤਰਕਾਰ ਜਦੋਂ ਤੁਸੀਂ ਜਮਹੂਰੀਅਤ ਦੇ ਨਿਜ਼ਾਮ ਦੇ ਅੰਦਰ ਹੋ ਤੇ ਤੁਹਾਡੇ ਲਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਸਰਹੱਦ ਦੇ ਉੱਤੇ ਜਮਹੂਰੀਅਤ ਖਤਮ ਹੋ ਜਾਂਦੀ ਹੈ, ਦੁਸ਼ਮਣੀ ਸ਼ੁਰੂ ਹੋ ਜਾਂਦੀ ਹੈ। ਜੀ ਜੇ ਹੋ ਜਾਂਦੀ ਹੈ ਤੇ ਫਿਰ ਇਸ ਗੱਲ ਦੇ ਉੱਤੇ ਸ਼ੱਕ ਕਰੋ ਕਿ ਤੁਸੀਂ ਜਮਹੂਰੀਅਤ ਦੀ ਗੱਲ ਕਰ ਸਕਦੇ ਹੋ। ਉਸੇ ਤਰੀਕੇ ਨਾਲ ਜਦੋਂ ਇਹ ਗੱਲ ਹੈ ਕਿ ਜਦੋਂ ਤੁਸੀਂ ਪੰਜਾਬ ਦੀ ਸਰਹੱਦ ਪਾਰ ਕਰਦੇ ਹੋ, ਹਰਿਆਣੇ ਦੇ ਵਿੱਚ ਚਲੇ ਜਾਂਦੇ ਹੋ, ਤੇ ਉੱਥੇ ਜਾ ਕੇ ਤੁਹਾਡੀ ਵੀ ਹਰਿਆਣੇ ਵਾਲਿਆਂ ਨਾਲ ਕੋਈ ਪੁਰਾਣੀ ਦੁਸ਼ਮਣੀ ਜਾਗ ਪੈਂਦੀ ਹੈ ਜਾਂ ਤੁਹਾਡੀ ਜਮਹੂਰੀਅਤ ਕਾਇਮ ਰਹਿੰਦੀ ਹੈ। ਸੋ ਜਿਹੜੇ ਜਮਹੂਰੀਅਤ ਦੇ ਸਵਾਲ ਹੁੰਦੇ ਨੇ ਉਹ ਇਸੇ ਤਰੀਕੇ ਨਾਲ ਪੁੱਛੇ ਜਾਂਦੇ ਨੇ। ਜਿਵੇਂ ਹਿੰਦੁਸਤਾਨ ਦੇ ਵਿੱਚ ਇਹ ਹੈ ਕਿ ਜਿਹੜੀ ਖਬਰ ਪਾਕਿਸਤਾਨ ਦੇ ਖਿਲਾਫ ਹੈ, ਪਾਕਿਸਤਾਨ ਦੇ ਖਿਲਾਫ ਤੁਸੀਂ ਕੋਈ ਵੀ ਗੱਲ ਬੋਲੀ ਜਾਓ, ਉਹਦੀ ਤਸਦੀਕ ਕਰਨ ਵਾਲਾ ਕੋਈ ਨਹੀਂ, ਉਹਦੇ ਤੇ ਇਤਰਾਜ਼ ਕਰਨ ਵਾਲਾ ਕੋਈ ਨਹੀਂ। ਜਦੋਂ ਤੁਹਾਡੀ ਖਬਰ ਦੇ ਉੱਤੇ ਕੋਈ ਤਸਦੀਕ ਕਰਨ ਵਾਲਾ ਨਾ ਹੋਵੇ, ਜਦੋਂ ਤੁਹਾਡੀ ਖਬਰ ਦੇ ਉੱਤੇ ਕੋਈ ਇਤਰਾਜ਼ ਕਰਨ ਵਾਲਾ ਨਾ ਹੋਵੇ, ਉਦੋਂ ਤੁਹਾਡੀ ਸਾਰਿਆਂ ਨਾਲੋਂ ਵੱਧ ਜ਼ਿੰਮੇਵਾਰੀ ਹੈ, ਕਿਉਂਕਿ ਉਹ ਕੰਮ ਤੁਸੀਂ ਆਪ ਕਰਨਾ ਹੈ। ਸੋ ਮੈਨੂੰ ਲੱਗਦਾ ਕਿ ਜਿਹੜੀ ਇਸ ਕਿਸਮ ਦੀ ਪੱਤਰਕਾਰੀ ਘੱਟ ਕਰੀਏ। ਤੇ ਮੈਂ ਵੈਸੇ ਜ਼ਿੰਦਗੀ 'ਚ ਪੱਤਰਕਾਰੀ ਤੋਂ ਥੱਕ ਚੁੱਕਿਆ, ਤੇ ਪਰ ਉਹ ਇੱਕ ਹੁੰਦਾ ਨਾ ਕਿ ਤੁਸੀਂ ਆਖਰੀ ਕੋਸ਼ਿਸ਼ ਕਰਦੇ ਹੋ। ਮੈਂ ਕਿਸੇ ਉਦਾਸੀ, ਗਮੀ ਜਾਂ ਨਿਰਾਸ਼ਾ 'ਚੋਂ ਨਹੀਂ ਬੋਲ ਰਿਹਾ ਨਾ, ਮੈਂ ਸਿਰਫ ਆਪਣੀ ਸਮਰੱਥਾ ਤੇ ਉਹਦੇ ਵਿੱਚੋਂ ਬੋਲ ਰਿਹਾ ਕਿ ਮੈਂ ਜਿੰਨੀ ਦੇਰ ਵੀ ਇਹ ਕਰ ਸਕਾਂਗਾ ਆਪਣੇ ਦੋਸਤਾਂ ਨਾਲ, ਤੇ ਜਿਉਂ ਆਉਣ ਵਾਲੇ ਦਿਨਾਂ 'ਚ ਤੁਸੀਂ ਬਾਕੀ ਬੰਦਿਆਂ ਨੂੰ ਦੇਖੋਗੇ ਕਿ ਕੌਣ-ਕੌਣ ਇਸ ਦੇ ਵਿੱਚ ਸ਼ਾਮਿਲ ਨੇ। ਸੋ ਮੇਰਾ ਇਹ ਦੋ ਪੱਖਾਂ ਦੇ ਵਿੱਚ ਕੰਮ ਰਹੇਗਾ ਕਿ ਤੁਸੀਂ ਕਿਸ ਤਰੀਕੇ ਨਾਲ ਰਿਪੋਰਟ ਕਰ ਸਕਦੇ ਹੋ ਤੇ ਕਿਸ ਤਰੀਕੇ ਨਾਲ ਜਿਹੜੀ ਇਨਫੋਰਮੇਸ਼ਨ ਨੂੰ, ਉਹ ਇਨਫੋਰਮੇਸ਼ਨ ਦੇ ਉੱਤੇ ਗੱਲਾਂ ਕਰ ਸਕਦੇ ਹੋ ਜਿਹਦੀ ਤੁਹਾਡਾ ਦਰਸ਼ਕ, ਤੁਹਾਡਾ ਜਿਹੜਾ ਸਰੋਤਾ ਹੈ ਉਹ ਤਸਦੀਕ ਕਰ ਸਕੇ, ਤੇ ਤੁਸੀਂ ਆਪਣੇ ਜਿਹੜੇ ਦਰਸ਼ਕ ਨੂੰ, ਆਪਣੇ ਸਰੋਤੇ ਨੂੰ ਉਸ ਸੰਗਤ ਦੇ ਰੂਪ ਦੇ ਵਿੱਚ ਦੇਖ ਸਕੋ ਜਿਹਦੇ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਹੈ। ਉਹਨੂੰ ਭੜਕਾਉਣਾ, ਉਹਨੂੰ ਉਕਸਾਉਣਾ, ਉਹ ਸਾਡਾ ਕੰਮ ਨਹੀਂ ਹੈਗਾ ਜੀ। ਅਮਿਤ ਜੀ, ਜਿਹੜੀ ਥਕਾਵਟ ਦੀ ਤੁਸੀਂ ਗੱਲ ਕਰਦੇ ਹੋ, ਮੈਂ ਕਈ ਵਾਰੀ ਜਦੋਂ ਕਿਤੇ ਜਿਹੜਾ ਸੈਲਫ ਐਨਾਲਿਸਿਸ ਕਰਦੇ ਆ, ਉਦੋਂ ਮੈਂ ਖੁਦ ਸੋਚਦਾ ਹੁੰਦਾ ਕਿ ਤੁਸੀਂ ਇਹ ਕਿਸ ਲਾਈਨ ਦੇ ਵਿੱਚੋਂ, ਇਹ ਲਾਈਨ ਜਿਹੜੀ ਕਿੱਥੋਂ ਸਟਾਰਟ ਹੁੰਦੀ ਆ, ਇਹ ਕਿੱਥੋਂ ਤੱਕ ਜਾਂਦੀ ਆ, ਉਹਦਾ ਜਿਹੜਾ ਸੈਲਫ ਐਨਾਲਿਸਿਸ ਆ ਉਹ ਕਰਨਾ ਜਦੋਂ ਸ਼ੁਰੂ ਕਰੀਦਾ, ਫਿਰ ਇਉਂ ਲੱਗਦਾ ਹੈ ਕਿ ਜਦੋਂ ਦੇਖੀਦਾ ਕਿ ਕੋਈ ਇਹ ਕਹਿੰਦਾ ਕਿ ਮੈਂ ਤਾਂ 3 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਅੱਜ ਮੇਰੇ ਕੋਲੇ ਜਿਹੜੇ ਸਬਸਕ੍ਰਾਈਬਰ ਨੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਨੇ, ਉਹਦੀਆਂ ਲਾਈਕਸ ਕਿੰਨੀਆਂ ਨੇ, ਉਹਦੇ ਹੇਟ ਕਮੈਂਟਸ ਕਿੰਨੇ ਆ ਰਹੇ ਆ, ਉਹ ਸ਼ੇਅਰ ਕਿੰਨੇ ਹੋ ਰਹੇ ਆ, ਅਸੀਂ ਉਹਨਾਂ ਗਿਣਤੀਆਂ ਮਿਣਤੀਆਂ 'ਚ ਕਿਤੇ ਵੀ ਨਹੀਂ ਆਉਂਦੇ। ਸਹੀ ਜਿਹੜਾ ਜੀ ਉਹ ਪੁੱਛੋ ਕੀ ਇਹ ਜਿਹੜੀ ਥਕਾਵਟ ਦੀ ਤੁਸੀਂ ਗੱਲ ਕਰਦੇ ਹੋ, ਮੈਂ ਸਮਝਦਾ ਕਿ ਇਹ ਇੱਕ ਪੱਤਰਕਾਰ ਦੀ, ਤੁਹਾਡੀ ਇੰਡੀਵਿਜੂਅਲ ਨਹੀਂ, ਇਹ ਓਵਰਆਲ ਜਿਹੜੀ ਆ ਉਹ ਕਿਤੇ ਨਾ ਕਿਤੇ ਦਿਸ ਰਹੀ ਹੈ ਕਿ ਜਿਹੜਾ ਇਹ ਕਿਹੋ ਜਿਹੀ ਜਿਹੜੀ ਦੌੜ ਲੱਗ ਗਈ ਜਿਹਦੇ ਵਿੱਚ ਇੱਕ ਜਿਹੜਾ ਬਹੁਤ ਮਿਹਨਤ ਕਰਕੇ, ਮੈਨੂੰ ਪਤਾ ਕਿ ਜਿੱਥੇ ਤੁਸੀਂ ਸ਼ੋਅ ਕਰਦੇ ਸੀ ਤੇ ਪੰਜਾਬੀ ਚੈਨਲ ਜਿਹੜਾ ਚੱਲਦਾ ਹੁੰਦਾ ਸੀਗਾ ਉਸ ਟਾਈਮ ਡੇ ਐਂਡ ਨਾਈਟ ਦੇ ਉੱਤੇ,
ਮੈਂ ਉਦੋਂ ਵੀ ਤੁਹਾਡੇ ਪ੍ਰੋਗਰਾਮ ਬਹੁਤ ਜਿਹੜੇ ਉਦੋਂ ਤੋਂ ਹੀ ਦੇਖਣ ਲੱਗਿਆ, ਤੁਸੀਂ ਬੜੀ ਮਿਹਨਤ ਕਰਕੇ ਜਿਹੜਾ ਬੈਠਦੇ। ਇੱਕ ਉਹ ਨੇ ਜਿਹੜੇ ਇਹ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਹੁੰਦਾ ਜਦੋਂ ਅਸੀਂ ਕੈਮਰਾ ਔਨ ਕਰ ਲਿਆ ਕਿ ਅਸੀਂ ਕੀ ਕਹਿਣਾ, ਬਸ ਆ ਜਾਂਦਾ ਜੀ। ਇਹ ਤਾਂ ਕੋਈ ਔੜਨ ਵਾਲੀ ਤਾਂ ਗੱਲ ਹੈ ਹੀ ਨਹੀਂ। ਇਹਦੇ ਵਿੱਚ ਤਾਂ ਜਿਹੜੀ ਰੈਗੂਲਰ ਸਟੱਡੀ ਆ, ਰੈਗੂਲਰ ਪੜ੍ਹਨਾ, ਜਿਹੜੇ ਐਡੀਟੋਰੀਅਲਸ ਨੇ, ਜਿਹੜੇ ਆਰਟੀਕਲ ਨੇ, ਜਾਂ ਜਿਹੜੇ ਦੂਸਰੇ ਅੱਜ ਕੱਲ੍ਹ ਥੋੜ੍ਹਾ ਜਿਹਾ ਕੰਮ ਇਹ ਵੀ ਸੌਖਾ ਹੋਇਆ ਹੋਇਆ ਮੈਂ ਸਮਝਦਾ। ਪੁੰਨੇ ਪ੍ਰਸਮ ਵਾਜਪਾਈ ਹੋਰੀ ਨੇ, ਵਿਨੋਦ ਦੁਆ ਹੋਰੀ ਨੇ, ਜਾਂ ਜਿਹੜੇ ਅਭਿਸਾਰ ਹੋਰੀ ਨੇ, ਇੱਦਾਂ ਦੇ ਜਿਹੜੇ ਲੋਕ ਨੇ ਆਪਣੇ ਬਹੁਤ ਵਧੀਆ, ਖਾਸ ਤੌਰ ਦੇ ਉੱਤੇ ਦੂਜੇ ਸੂਬਿਆਂ ਦੇ ਬਾਰੇ ਦੇ ਵਿੱਚ ਬੜੀ ਉਹ ਵਿਸਤਾਰ ਦੇ ਵਿੱਚ ਜਾਂਦੇ ਨੇ। ਉਹਨਾਂ ਨੂੰ ਸੁਣਨਾ, ਉਹ ਲੋਕ ਜਿਹੜੇ ਉੱਥੇ ਪਹੁੰਚ ਗਏ, ਤੁਹਾਨੂੰ ਲੱਗਦਾ ਕਿ ਉਹ ਥਕਾਵਟ ਸਾਈਡ ਤੇ ਰੱਖ ਕੇ ਕਿਸੇ ਜਗ੍ਹਾ ਦੇ ਉੱਤੇ ਪਹੁੰਚ ਗਏ। ਔਰ ਇਹ ਜਿਹੜੀ ਥਕਾਵਟ ਹੈ, ਜਿਹੜੀ ਮੁਕਾਬਲੇਬਾਜ਼ੀ ਹੈ, ਜੇ ਤਾਂ ਮੁਕਾਬਲੇਬਾਜ਼ੀ ਹੋਵੇ ਕਿ ਮੈਂ ਤੇ ਅਮੀ ਜੀ ਅਸੀਂ ਦੋਨੋਂ ਬੈਠ ਜਾਈਏ ਕਿ ਠੀਕ ਆ ਆਪਾਂ ਡਿਸਕਸ਼ਨ ਕਰਦੇ ਹਾਂ ਕਿਸੇ ਇੱਕ ਪੁਆਇੰਟ ਦੇ ਉੱਤੇ ਕਿ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਮੇਰੇ ਇਹਦੇ ਬਾਰੇ ਕੀ ਵਿਚਾਰ ਨੇ, ਤੁਹਾਡੇ ਵੱਖਰੇ ਹੋ ਸਕਦੇ ਆ, ਮੇਰੇ ਵੱਖਰੇ ਹੋ ਸਕਦੇ, ਉਹ ਤਾਂ ਮੁਕਾਬਲੇਬਾਜ਼ੀ ਹੋ ਸਕਦੀ ਆ। ਆਹ ਜਿਹੜੀ ਮੁਕਾਬਲੇਬਾਜ਼ੀ ਆ, ਕੀ ਇਹ ਜਿਹੜੀ ਚੱਜ ਦੀ ਪੱਤਰਕਾਰੀ ਆ, ਜਿਵੇਂ ਤੁਹਾਡੀ ਨਾਮ ਹੀ ਗੱਲ ਕਰਾਂ, ਇਹ ਉਹਨੂੰ ਕਿਤੇ ਲੰਬੇ ਸਮੇਂ ਲਈ ਥਕਾਵਟ ਤਾਂ ਨਹੀਂ ਲੈ ਜੂਗੀ? ਇਹ ਤੇ ਜਿਹੜਾ ਤੁਹਾਡਾ ਸਰੋਕਾਰ ਹੈ, ਮੈਨੂੰ ਲੱਗਦਾ ਕਿ ਇਸ ਵੇਲੇ ਪੱਤਰਕਾਰੀ ਨਾਲ ਜੁੜਿਆ ਸਭ ਤੋਂ ਅਹਿਮ ਸਰੋਕਾਰ ਹੈ। ਆਪਾਂ ਇਹ ਕਹਿੰਦੇ ਹਾਂ ਕਿ ਜਿਹੜੀ ਪੱਤਰਕਾਰੀ ਹੈ ਉਹ ਹਮੇਸ਼ਾ 2-3 ਜਿਹੜੇ ਦਬਾਅ ਦੇ ਤਹਿਤ ਕੰਮ ਕਰਦੀ ਰਹੀ ਹੈ। ਹਕੂਮਤ ਦਾ ਦਬਾਅ ਹਮੇਸ਼ਾ ਰਿਹਾ ਹੈ, ਪੈਸੇ ਵਾਲੇ ਦਾ ਦਬਾਅ ਹਮੇਸ਼ਾ ਰਿਹਾ ਉਸ ਦੇ ਉੱਤੇ, ਤੇ ਇਸ ਵੇਲੇ ਜਿਹੜਾ ਐਲਗੋਰਿਦਮ ਹੈ ਉਹਦਾ ਇੱਕ ਦਬਾਅ ਹੈਗਾ। ਤੇ ਜਦੋਂ ਐਲਗੋਰਿਦਮ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ, ਜਿਹਨੇ ਪੈਸੇ ਉਹਦੇ ਤੇ ਲਾਉਣੇ ਨੇ, ਚਾਹੇ ਉਹ ਹਕੂਮਤ ਹੈ ਚਾਹੇ ਉਹ ਹੈ, ਜਦੋਂ ਇਹ ਆਪਸ ਦੇ ਵਿੱਚ ਮਿਲ ਕੇ ਆਉਣਗੇ ਤੇ ਉਦੋਂ ਫਿਰ ਤੁਸੀਂ ਪੱਤਰਕਾਰੀ ਨਹੀਂ ਕਰ ਸਕਦੇ। ਮੈਂ ਬਿਲਕੁਲ ਸਾਫ਼ ਰੂਪ ਦੇ ਵਿੱਚ ਕਹਿ ਰਿਹਾ ਕਿ ਇਸ ਦੇ ਅੰਦਰ ਪੱਤਰਕਾਰੀ ਕੀਤੀ ਨਹੀਂ ਜਾ ਸਕਦੀ। ਕਾਰਨ ਇਹ ਹੈ ਕਿ ਜਦੋਂ ਤੁਸੀਂ ਪੱਤਰਕਾਰੀ ਇਸ ਮਾਹੌਲ ਦੇ ਵਿੱਚ ਪੱਤਰਕਾਰੀ ਕਰਨਗੇ, ਇੱਕ ਤਾਂ ਤੁਸੀਂ ਜਦੋਂ ਤੁਹਾਡੇ ਮੈਂ ਜਿਹੜੇ ਅਦਾਰੇ ਦੇ ਵਿੱਚ ਕੰਮ ਕਰਦਾ ਆਇਆ, ਉੱਥੇ ਦਿਨ ਦੇ ਵਿੱਚ 5 ਮੀਟਿੰਗਾਂ ਨੇ ਤੇ ਅਸੀਂ ਸਿਰਫ ਇਹੀ ਗੱਲਾਂ ਕਰੀ ਜਾਂਦੇ ਸੀਗੇ, ਫੇਸਬੁੱਕ ਤੇ ਕੀ ਹੋ ਰਿਹਾ, YouTube ਦੇ ਉੱਤੇ ਕੀ ਹੋ ਰਿਹਾ ਜੀ। ਤੇ ਉੱਡੇ ਅਦਾਰੇ ਜਿਹੜੇ ਹੈਗੇ ਆ, ਉਹ ਇਹ ਹੈ ਕਿ ਕਿਸੇ ਨੇ ਫੇਸਬੁੱਕ ਦੇ ਉੱਤੇ, YouTube ਦੇ ਉੱਤੇ ਕੁਝ ਪਾਇਆ, ਉੱਥੋਂ ਉਹਨੂੰ ਡਾਊਨਲੋਡ ਕਰਕੇ ਆਪਣੇ ਚੈਨਲ ਦੇ ਉੱਤੇ ਆਪਣਾ ਲੋਗੋ ਲਾ ਕੇ ਚੜਾਤਾ, ਤੇ ਉਹਨੂੰ ਵੀ ਉਹ ਪੱਤਰਕਾਰੀ ਕਹਿੰਦੇ ਨੇ। ਤੇ ਸਾਡੇ ਵਰਗੇ ਬੰਦਿਆਂ ਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਇਹ ਸਿੱਖਣਾ ਪਊਗਾ। ਤੇ ਮੈਂ ਇਹ ਨਹੀਂ ਕਹਿੰਦਾ ਕਿ ਵੀ ਸਿੱਖਣ ਦੀ ਬੰਦੇ ਦੀ ਉਮਰ ਲੰਘ ਜਾਂਦੀ ਆ, ਪਰ ਮੈਨੂੰ ਇਹ ਲੱਗਦਾ ਕਿ ਵੀ 2 ਚੀਜ਼ਾਂ ਨੇ ਕਿ ਜਦੋਂ ਮੈਂ ਫੇਰ ਵਾਪਸ ਜਿਹੜੀ ਮਿਸਾਲ ਆ ਉਹ ਬੱਚੇ ਦੀ ਦਿੰਦਾ। ਬੱਚਾ ਮਿੱਟੀ ਖਾਂਦਾ, ਉਹਨੂੰ ਸਵਾਦ ਆਉਂਦਾ। ਅਸੀਂ ਬੱਚੇ ਨੂੰ ਖੁਸ਼ ਰੱਖਣਾ ਚਾਹੁੰਦੇ ਆ ਕਿ ਅਸੀਂ ਉਹਨੂੰ ਮਿੱਟੀ ਖਾਣ ਦਈਏ। ਜਿਹੜਾ ਗੱਲ ਇਹ ਹੈ ਕਿ ਵੀ ਪੱਤਰਕਾਰੀ ਦਾ ਕੰਮ ਜਿਹੜਾ ਹੈਗਾ ਉਹ ਤੁਹਾਡੀਆਂ ਜਿਹੜੀਆਂ ਰਾ ਨਰਵਸ ਨੇ, ਹਨਾ, ਉਹ ਉਹਨਾਂ ਨੂੰ ਖੁਰਾਕ ਦੇਣਾ ਨਹੀਂ ਹੈ। ਤੁਹਾਡੀਆਂ ਜਿਹੜੀਆਂ ਸੈਂਸਿਬਿਲਿਟੀ ਵਾਲੀਆਂ ਖਬਰਾਂ ਨੇ, ਸੰਵੇਦਨਾ ਵਾਲੀਆਂ ਖਬਰਾਂ ਨੇ, ਸ਼ਾਉਰ ਵਾਲੀਆਂ ਖਬਰਾਂ ਨੇ, ਤੁਹਾਨੂੰ ਉੱਥੇ ਤੱਕ ਲੈ ਕੇ ਜਾਣਾ ਨਾ, ਉਹ ਹੈ। ਜਿਵੇਂ ਹੁਣ ਜਿਹੜੀ ਮੈਂ ਗੱਲ ਕਹਿ ਰਿਹਾ ਹਾਂ ਕਿ ਇਸ ਮਾਹੌਲ 'ਚ ਪੱਤਰਕਾਰੀ ਮੁਮਕਿਨ ਨਹੀਂ ਹੈ, ਉਹਦਾ ਕਾਰਨ ਮੈਂ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਦੱਸਦਾ। ਪੰਜਾਬੀ ਦੇ ਤੁਸੀਂ ਬਹੁਤ ਸਾਰੇ ਪੱਤਰਕਾਰਾਂ ਨੂੰ ਅੱਜ ਕੱਲ੍ਹ ਇੰਟਰਵਿਊ ਕਰਦੇ ਆ, ਸੁਣ ਸਕਦੇ ਹੋ। ਤੇ ਇੰਟਰਵਿਊ ਬਾਅਦ ਦੇ ਵਿੱਚ ਉਹਨਾਂ ਦੇ ਵੈਬਸਾਈਟਸ ਦੇ ਉੱਤੇ, YouTube ਦੇ ਉੱਤੇ ਜਾਂ ਹੋਰ ਥਾਂ ਤੇ ਦਿਖਿਆ ਜਾਏਗਾ, ਉੱਥੇ ਇਹ ਲਿਖਿਆ ਹੋਊਗਾ, ਸਿਰਲੇਖ ਲਿਖਿਆ ਹੋਊਗਾ ਕਿ ਫਲਾਣੇ ਨੇ ਫਲਾਣੇ ਨਾਲ ਇਹ ਕੀਤਾ। ਵਿਚਕਾਰ ਦੇ ਜਿਹੜੇ ਸਾਰੇ ਸ਼ਬਦ ਨੇ ਉਹ ਸਲੀਕੇ ਵਾਲੇ ਸ਼ਬਦ ਤੇ ਨਹੀਂ ਹੈਗੇ ਆ। ਬਿਲਕੁਲ। ਜਦੋਂ ਤੁਹਾਡੀ ਬੋਲੀ ਸਲੀਕੇ ਤੋਂ ਬਾਹਰ ਹੋ ਜਾਵੇ ਤੇ ਤੁਸੀਂ ਜਿਹੜਾ ਕੰਮ ਸਮਾਜ ਦੇ ਅੰਦਰ ਸਲੀਕਾ ਵਰਤਾਉਣ ਲਈ ਸੀਗਾ, ਉਹ ਕੰਮ ਤੇ ਨਹੀਂ ਕਰ ਰਹੇ ਹੋ, ਹਨਾ। ਇਹ ਮੇਰਾ ਹੈ। ਹੁਣ ਜਿਵੇਂ ਤੁਸੀਂ ਤੇ ਮੈਂ ਮੈਨੂੰ ਕਿਸੇ ਦਿਨ ਵੀ ਇਹ ਖੁਸ਼ੀ ਹੋਏਗੀ ਜੇ ਤੁਹਾਡੇ ਨਾਲ ਮੈਂ ਮੁਕਾਬਲਾ ਕਰ ਰਿਹਾ ਹਾਂ। ਮੈਨੂੰ ਇਹ ਪਤਾ ਹੈ ਕਿ ਤੁਸੀਂ ਮੈਨੂੰ ਇਹ ਕਹਿ ਕੇ ਕਿ ਮੈਂ ਆਹ ਕੰਮ ਜਿਹੜਾ ਬਿਲਕੁਲ ਗਲਤ ਕੀਤਾ, ਉਹ ਤੋਂ ਬਾਅਦ ਵੀ ਮੈਨੂੰ ਕਹੇਂਗੇ ਕਿ ਚਾਹ ਮੈਂ ਪਿਲਾਉਂਗਾ, ਠੀਕ ਹੈ। ਤੇ ਜਦੋਂ ਮੈਂ ਤੁਹਾਨੂੰ ਇਹ ਕਹਿ ਰਿਹਾ ਹੋਊਗਾ ਕਿ ਤੁਸੀਂ ਇਹ ਗਲਤ ਕੀਤਾ, ਤੁਸੀਂ ਉਹ ਤੋਂ ਬਾਅਦ ਮੈਨੂੰ ਇਹ ਕਹਿ ਰਹੇ ਹੋਗੇ ਕਿ ਚਾਹ ਤੇ ਤੈਨੂੰ ਹੀ ਪਿਲਾਉਣੀ ਪੈਣੀ ਹੈ ਨਾ। ਸੋ ਮੈਨੂੰ ਇਹ ਪਤਾ ਹੈ ਇਸ ਗੱਲ ਦਾ, ਹਨਾ। ਸੋ ਇਸ ਮਾਹੌਲ ਦੇ ਵਿੱਚ ਇਹ ਸਭ ਤੋਂ ਮਾਕੂਲ ਮਾਹੌਲ ਹੋਏਗਾ ਜਿਹਦੇ ਵਿੱਚ ਇਸ ਕਿਸਮ ਦੀ ਪੱਤਰਕਾਰੀ ਹੋਏਗੀ, ਜਦੋਂ ਪੱਤਰਕਾਰ ਇੱਕ ਦੂਜੇ ਬਾਰੇ ਗੱਲ ਕਰਨਗੇ, ਜਿਵੇਂ ਇਸ ਦੌਰ ਦੇ ਵਿੱਚ ਵੀ ਕੁਝ ਜਿਹੜੇ ਹੈਗੇ ਆ ਕਰ ਰਹੇ ਨੇ। ਹੁਣ ਇਹ ਗੱਲ ਹੈ ਕਿ ਤੁਸੀਂ ਕਿਸੇ ਦਾ ਇੰਟਰਵਿਊ ਕਰਨ ਜਾਂਦੇ ਹੋ,
ਇੰਟਰਵਿਊ ਇਸ ਕਰਕੇ ਕਰਨ ਜਾਂਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਉਹਦੇ ਵਿਚਾਰ ਲੋਕਾਂ ਨੂੰ ਪਤਾ ਲੱਗਣ ਜੀ, ਬੋਲਣ ਦਿਓ ਬੰਦੇ ਨੂੰ। ਹਾਂ, ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਇੰਟਰਵਿਊ ਕਰਨ ਗਏ ਹੋ ਉਹਨੂੰ ਤੁਸੀਂ ਕੋਈ ਮਾਈਕ ਦੇਣ ਤਾਂ ਨਹੀਂ ਗਏ ਹੋਏ ਕਿ ਵੀ ਉਹ ਚਾਹੇ ਜਿੱਦਾਂ ਆਪਣੀ ਰੈਲੀ ਤੇ ਬੋਲਦਾ ਉਦਾਂ ਹੀ ਤੁਹਾਡੇ ਚੈਨਲ ਦੇ ਉੱਤੇ ਵੀ ਬੋਲੀ ਜਾਵੇ। ਉਹਨੂੰ ਤੁਸੀਂ ਕੁਝ ਤੇ ਪੁੱਛੋਗੇ। ਜੇ ਉਹ ਕਿਸੇ ਬੰਦੇ ਬਾਰੇ ਇਹ ਕਹਿੰਦਾ ਕਿ ਏ ਬੀ ਜਾਂ ਊੜਾ ਆੜਾ ਜਿਹੜਾ ਹੈਗਾ ਉਹ ਉਹਦੇ ਨਾਲ ਕੋਈ ਅਗੇਤਰ ਲਾਉਂਦਾ ਹੈ, ਉਹਨੂੰ ਉਹ ਬੇਈਮਾਨ ਕਹਿੰਦਾ ਹੈ, ਜਾਂ ਤੁਹਾਨੂੰ ਉਹ ਕੁਛ ਇਹ ਕਹਿੰਦਾ, ਤੁਸੀਂ ਇਹ ਤਾਂ ਵਾਪਸ ਪੁੱਛेंगे। ਜਿਹੜਾ ਬੰਦਾ ਗੈਰ ਹਾਜ਼ਰ ਹੈ ਉਹਦੀ ਨੁਮਾਇੰਦਗੀ ਕਰਨ ਲਈ ਤੁਸੀਂ ਹਾਜ਼ਰ ਹੋ। ਬਿਲਕੁਲ, ਇਹ ਤੁਹਾਡਾ ਕੰਮ ਹੈ। ਤੁਹਾਨੂੰ ਜਿਹਦੇ ਉੱਤੇ ਇਲਜ਼ਾਮ ਲੱਗ ਰਿਹਾ ਹੈ ਉਹ ਤੁਹਾਨੂੰ ਜਿੰਨਾ ਮਰਜ਼ੀ ਨਾ ਪਸੰਦ ਹੋਵੇ ਤੁਹਾਨੂੰ ਉਸ ਦੀ ਨੁਮਾਇੰਦਗੀ ਉਸ ਵੇਲੇ ਕਰਨੀ ਪਏਗੀ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਦੇ ਇੱਕ ਆਗੂ ਨੇ ਕਿਸਾਨ ਯੂਨੀਅਨਾਂ ਦੇ ਬਾਰੇ ਉਹ ਕੀਤੀਆਂ ਗੱਲਾਂ ਕਿ ਵੀ ਕਿਸਾਨ ਯੂਨੀਅਨ ਵਾਲੇ ਜੀ ਇਹ ਅਰਬਨ ਨਕਸਲ ਨੇ ਜੀ, ਇਹ ਫਲਾਣੇ ਨੇ ਜੀ, ਤੇ ਉਹਨਾਂ ਨੂੰ ਵਾਪਸ ਇਹ ਸਵਾਲ ਹੀ ਨਹੀਂ ਪੁੱਛਿਆ ਜਾਂਦਾ। ਜਦੋਂ ਕਿ ਇਹ ਸਵਾਲ ਪੁੱਛਣ ਲਈ ਤੁਹਾਨੂੰ ਕੋਈ ਰਾਕਟ ਸਾਇੰਸ ਪੜ੍ਹਨ ਦੀ ਲੋੜ ਨਹੀਂ ਕਿ ਇਹ ਸਵਾਲ ਸੌਖਾ ਹੈ, ਤੇ ਇਹਦੇ ਲਈ ਕਿਤਾਬਾਂ ਪੜ੍ਹਨ ਦੀ ਵੀ ਲੋੜ ਨਹੀਂ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਸੀ। ਹੁਣ ਉਹਨਾਂ ਨੇ ਇਹ ਕਿਹਾ, ਜਿਹੜੇ ਆਗੂ ਦੀ ਮੈਂ ਗੱਲ ਕਰ ਰਿਹਾ ਕਿ ਜਿਹੜਾ ਇਹ ਕਿਸਾਨ ਯੂਨੀਅਨਾਂ ਦੇ ਨਾਲ ਕੰਮ ਕਰਦਾ ਹੈ ਹਨਨ ਮੌਲਾ, ਉਹ ਤਾਂ ਕਮਿਊਨਿਸਟ ਪਾਰਟੀ ਦਾ ਐਮਪੀ ਹੈ। ਭਾਈ ਜੇ ਐਮਪੀ ਹੈ ਤੇ ਫਿਰ ਤਾਂ ਉਹ ਜਮਹੂਰੀਅਤ ਦਾ ਨੁਮਾਇੰਦਾ ਤੇ ਉਹਨੂੰ ਹਰ ਚੀਜ਼ ਕਹਿਣ ਦਾ ਹੱਕ ਹੈ। ਇਹਦੇ 'ਚ ਮਾੜੀ ਕੀ ਗੱਲ ਹੈ? ਫਿਰ ਉਹ ਇਹ ਕਹਿੰਦੇ ਨੇ ਜੀ ਕਿ ਜਿਹੜੇ ਇਹ ਦਰਸ਼ਨਪਾਲ ਨੇ ਇਹਨਾਂ ਨੂੰ ਅਸੀਂ ਜਾਣਦੇ ਹਾਂ, ਤੇ ਤੁਹਾਡੇ ਜਾਣਨ ਨਾਲ ਤੇ ਕੋਈ ਮਾੜਾ ਨਹੀਂ ਹੋ ਜਾਂਦਾ। ਬਿਲਕੁਲ, ਤੁਹਾਨੂੰ ਇਹ ਕਹਿਣਾ ਪਊਗਾ ਨਾ ਕਿ ਤੁਹਾਡੇ ਜਾਣਨ ਨਾਲ ਕਿਵੇਂ ਮਾੜਾ ਹੋ ਗਿਆ, ਤੁਹਾਡੇ ਸਾਰੇ ਘਰ ਦੇ ਤੁਹਾਨੂੰ ਜਾਣਦੇ ਨੇ ਤੇ ਉਹ ਵੀ ਮਾੜੇ ਹੋ ਗਏ ਨੇ। ਨਹੀਂ ਹੋਏ ਨਾ। ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਫਲਾਣਾ ਨਕਸਲੀ ਹੈ, ਤੁਸੀਂ ਇਹ ਪੁੱਛੋ ਜੀ ਕਿ ਉਹਦੇ ਸਿਰ ਦੇ ਉੱਤੇ ਕਤਲ ਦਾ ਕਿਹੜਾ ਇਲਜ਼ਾਮ ਹੈ, ਜਾਂ ਉਹਨੇ ਡਕੈਤੀ ਕਿੱਥੇ ਕੀਤੀ ਹੈ, ਜਾਂ ਉਹਨੇ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਜਿਹਦੇ ਤਹਿਤ ਇਹ ਸਾਰੀਆਂ ਮੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਉਹਦੇ ਉੱਤੇ ਕਿੰਨੇ ਮੁਕੱਦਮੇ ਨੇ। ਤੇ ਜੇ ਤੁਸੀਂ ਸਰਕਾਰ ਚਲਾਉਂਦੇ ਹੋ ਤਾਂ ਤੁਸੀਂ ਮੁਕੱਦਮੇ ਉਹਨਾਂ ਨੂੰ ਅੱਗੇ ਕਿਉਂ ਨਹੀਂ ਤੋੜਦੇ ਬਈ? ਪਿਛਲੇ 7-8 ਮਹੀਨਿਆਂ ਚੋਂ ਤਾਂ ਅਸੀਂ ਉਹਨਾਂ ਨੂੰ ਪਬਲਿਕ ਲਾਈਫ ਦੇ ਵਿੱਚ ਵਿਚਰਦਿਆਂ ਦੇਖਿਆ ਕਿ ਉਹਨਾਂ ਨੇ ਕੋਈ ਬਦਮਾਸ਼ੀ ਜਾਂ ਕੋਈ ਜੁਰਮ ਵਾਲੀ ਗੱਲ ਨਹੀਂ ਕੀਤੀ ਹੈਗੀ। ਜੇ ਉਹ ਤੋਂ ਪਹਿਲਾਂ ਤੇ ਉਹ ਸਰਕਾਰ ਨੂੰ ਪਤਾ, ਤੇ ਸਰਕਾਰ ਫਿਰ ਸਰਕਾਰ ਤੇ ਇਸ ਗੱਲ ਦੇ ਵਿੱਚ ਇਕਬਾਲ ਕਰ ਰਹੀ ਹੈ ਕਿ ਅਸੀਂ ਨਾਕਾਬਿਲ ਹਾਂ। ਹੁਣ ਤੁਸੀਂ ਇਹ ਗੱਲ ਹੈ ਕਿ ਵੀ ਤੁਸੀਂ ਇਹ ਬੋਲ ਕੇ ਇੰਟਰਵਿਊ ਕਰਨ ਤੋਂ ਬਾਅਦ ਫੇਸਬੁੱਕ ਦੇ ਉੱਤੇ ਇਹ ਪਾਉਣਾ ਜੀ ਕਿ ਵੀ ਫਲਾਣੇ ਬੰਦੇ ਨੇ ਫਲਾਣੇ ਬੰਦੇ ਦੀ ਐਦਾਂ ਕੀਤਾ, ਜਾਂ ਤੁਸੀਂ ਉਹਨੂੰ ਇਹ ਸਵਾਲ ਪੁੱਛਣਾ ਹੈ। ਮੈਨੂੰ ਇਹ ਗੱਲ ਹੈ ਕਿ ਵੀ ਇਹੀ ਐਲਗੋਰਿਦਮ ਦੀ ਗੇਮ ਹੈ। ਜੀ ਬਿਲਕੁਲ। ਅਮੀ ਜੀ, ਇੱਥੇ ਹੁਣ ਥੋੜਾ ਸਵਾਲ ਇਹ ਆ ਜਾਂਦਾ ਕਿ ਜਿਹੜੀ ਨਵੀਂ ਪੀੜ੍ਹੀ ਹੈ, ਕਿਉਂਕਿ ਜਿੱਥੇ ਤੁਸੀਂ ਕੰਮ ਕਰਦੇ ਸੀ ਡੇ ਐਂਡ ਨਾਈਟ, ਉਹਨੇ ਇੱਕ ਸਟੈਂਡਰਡ ਸੈੱਟ ਕੀਤਾ। ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਗਈ। ਉਹਨੇ ਕਮਰ ਸੰਧੂ ਸਾਹਿਬ ਉਦੋਂ ਉੱਥੇ ਹੁੰਦੇ ਸਨ, ਉਹਨਾਂ ਦੀ ਦੇਖ ਰੇਖ ਦੇ ਵਿੱਚ ਨਹੀਂ ਚੱਲਣ ਦਿੱਤਾ ਉਦੋਂ। ਔਰ ਮੈਂ ਇਹ ਕਹਿੰਦਾ ਕਿ ਜਿਹੜੀ ਉਹ ਅਕਾਲੀ ਬੀਜੇਪੀ ਰਾਜ ਸੀਗਾ, ਉਹਨੇ ਪੰਜਾਬੀ ਪੱਤਰਕਾਰਤਾ ਦੀ ਭਰੂਣ ਹੱਤਿਆ ਕੀਤੀ। ਕਿਉਂਕਿ ਜਿਹੜੀਆਂ ਯੂਨੀਵਰਸਿਟੀਜ਼ ਨੇ ਉੱਥੋਂ ਜਿਹੜੇ ਡਿਪਾਰਟਮੈਂਟ ਨੇ ਪੱਤਰਕਾਰਤਾ ਦੇ, ਉੱਥੋਂ ਕਿੰਨੇ ਬੱਚੀਆਂ ਜਿਹੜੇ ਉਹ ਪੱਤਰਕਾਰਤਾ ਦੀ ਡਿਗਰੀ ਹਾਸਲ ਕਰਕੇ ਨਿਕਲਦੇ ਨੇ, ਉਹ ਜਾ ਕਿੱਥੇ ਰਹੇ ਆ? ਬੜਾ ਵੱਡਾ ਜਿਹੜਾ ਉਹ ਸਵਾਲ ਹੈ। ਤੁਹਾਨੂੰ ਲੱਗਦਾ ਕਿ ਜਿਹੜੀ ਪੰਜਾਬੀ ਪੱਤਰਕਾਰੀ ਹੈ, ਜਿਹੜੀ ਪੜ੍ਹ ਕੇ ਜਾਂ ਜਿਨ੍ਹਾਂ ਦੀ ਕਹੀ ਹੋਈ ਗੱਲ ਜਿਹੜੀ ਆ ਉਹ ਡਿਫਰੈਂਟ ਹੈ, ਜਿਨ੍ਹਾਂ ਕੋਲੇ ਇੱਕ ਥਾਟ ਹੈ, ਜਿਨ੍ਹਾਂ ਕੋਲੇ ਇੱਕ ਵਿਜ਼ਨ ਹੈ, ਉਹੋ ਜਿਹੇ ਪੱਤਰਕਾਰ ਕੀ ਪੰਜਾਬ ਦੇ ਵਿੱਚੋਂ ਪੰਜਾਬੀ ਪੱਤਰਕਾਰੀ ਦੇ ਵਾਸਤੇ ਆਉਂਦੇ ਰਹਿਣਗੇ ਨਵੀਂ ਜਨਰੇਸ਼ਨ ਦੇ ਵਿੱਚੋਂ, ਜਾਂ ਉੱਥੇ ਹਾਲ ਦੀ ਘੜੀ ਲੱਗਦਾ ਕਿ ਇੱਕ ਖਿਲਾਫ ਹੈ ਹੋਣ ਵਾਲਾ? ਪਨੂ ਸਾਹਿਬ, ਮੈਨੂੰ ਨਾ ਜਿਹੜੀ ਨਵੀਂ ਪੀੜ੍ਹੀ ਹੈ, ਇਹ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚੋਂ ਪੜ੍ਹ ਰਹੇ ਹਨ, ਮੈਨੂੰ ਉਹ ਬਹੁਤ ਚੰਗੇ ਲੱਗਦੇ ਨੇ ਤੇ ਮੈਨੂੰ ਉਹਨਾਂ ਤੇ ਆਸ ਬਹੁਤ ਹੈ। ਤੇ ਮਤਲਬ ਤੁਹਾਨੂੰ ਜਾਂ ਮਤਲਬ ਕਿਸੇ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਵੀ ਹੋ ਸਕਦਾ ਹੈ। ਨਹੀਂ, ਕੋਈ ਇਤਰਾਜ਼ ਨਹੀਂ ਹੈ। ਕਿਉਂਕਿ ਮੈਂ ਜਿਵੇਂ ਜਦੋਂ ਮੈਂ 20-21 ਸਾਲ ਦਾ ਸੀਗਾ ਤੇ ਹੁਣ ਉਹ 20-21 ਸਾਲ ਦੇ ਨੇ, ਤੇ ਮੈਂ ਪੂਰੇ ਦਾਅਵੇ ਨਾਲ ਕਹਿ ਸਕਦਾ ਕਿ ਮੈਨੂੰ 20-21 ਸਾਲ ਦੀ ਉਮਰ ਦੇ ਵਿੱਚ ਉਨੀ ਅਕਲ ਨਹੀਂ ਸੀ ਜਿੰਨੀ ਉਹਨਾਂ ਨੂੰ ਹੈਗੀ ਹੈ। ਤੇ ਜਿਹੜੇ ਉਹ ਇਸ ਪੇਚੀਦਾ ਮਾਹੌਲ ਦੇ ਵਿੱਚ ਪੈਦਾ ਹੋਏ ਨੇ, ਉਹਨਾਂ ਦੇ ਵਿੱਚੋਂ ਕੁਝ ਬੰਦੇ ਤਾਂ ਹਮੇਸ਼ਾ ਨਿਕਲ ਹੀ ਆਉਣਗੇ। ਸਾਡੀਆਂ ਪੀੜ੍ਹੀਆਂ ਦੇ ਵਿੱਚ ਵੀ ਜਿਹੜੇ ਬੰਦੇ ਸੀਗੇ ਉਹ ਵੀ, ਉਹਨਾਂ ਦੀ ਵੀ ਗਿਣਤੀ ਹੀ ਹੁੰਦੀ ਸੀਗੀ। ਤੇ ਐਦਾਂ ਦਾ ਮਤਲਬ ਮੇਰਾ ਇਸ ਗੱਲ ਦੇ ਵਿੱਚ ਪੱਕਾ ਯਕੀਨ ਹੈ ਕਿ ਦੁਨੀਆ ਦੇ ਵਿੱਚ ਕੋਈ ਐਦਾਂ ਦਾ ਪਾਸਟ ਨਹੀਂ ਹੈਗਾ ਜਿਹਨੂੰ ਆਪਾਂ ਕਹਿ ਸਕੀਏ ਕਿ ਆਹ ਅਨਕਰਪਟਡ ਜਾਂ ਬਿਨਾਂ ਖੋਟ ਵਾਲਾ ਜਿਹੜਾ ਪਾਸਟ ਹੈ। ਤੇ
ਜਿਹੜਾ ਭਵਿੱਖ ਹੈ ਉਹਦੇ ਤੋਂ ਅਸੀਂ ਹਰ ਉਮੀਦ ਲਾ ਸਕਦੇ ਹਾਂ, ਉਹਦੇ ਵਿੱਚ ਹਰ ਕਿਸਮ ਦੀ ਗੁੰਜਾਇਸ਼ ਹੈਗੀ ਹੈ। ਸੋ ਇਹ ਤਾਂ ਇੱਕ ਜਿਹੜਾ ਮੇਰਾ ਹੈਗਾ। ਤੇ ਦੂਜੀ ਗੱਲ ਇਹ ਹੈ ਕਿ ਇਸ ਵੇਲੇ ਜਿਨ੍ਹਾਂ ਅਦਾਰਿਆਂ ਦੇ ਵਿੱਚ ਉਹ ਕੰਮ ਕਰਨ ਜਾ ਰਹੇ ਨੇ, ਉਹਨਾਂ ਅਦਾਰਿਆਂ ਦੇ ਵਿੱਚ ਨਾ ਇਹ ਪੀੜ੍ਹੀ ਦੇ ਖਿਲਾਫ ਸਭ ਤੋਂ ਬੜੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਭ ਤੋਂ ਬੜੀ ਸਾਜ਼ਿਸ਼ ਇਸ ਕਰਕੇ ਰਚੀ ਜਾ ਰਹੀ ਹੈ ਕਿ ਅੱਜ ਦੀ ਦੌਰ ਦੇ ਵਿੱਚ ਜੇ ਤੁਸੀਂ ਕੋਈ 50 ਸਾਲ ਦੀ ਉਮਰ ਦਾ ਬੰਦਾ ਜਾਂ 45 ਸਾਲ ਦੀ ਉਮਰ ਦਾ ਬੰਦਾ ਨੌਕਰੀ ਤੇ ਰੱਖਦੇ ਹੋ, ਤਾਂ ਤੁਸੀਂ ਹਿੱਕ ਠੋਕ ਦੇ ਅਦਾਰੇ ਫਿਰਦੇ ਨੇ ਜੀ ਕਿ ਅਸੀਂ 45 ਸਾਲ ਦਾ ਬੰਦਾ ਰੱਖ ਲਿਆ। ਜਿਵੇਂ ਇਹ ਕਹਿ ਰਹੇ ਹੋਣ ਜੀ ਕਿ ਵੀ ਮਤਲਬ ਅਸੀਂ ਤਾਂ ਬਸ ਮਰਨ ਪਿਆ ਸੀਗਾ, ਮੰਜੇ ਦੇ ਪਏ ਬੰਦੇ ਨੂੰ ਨੌਕਰੀ ਦੇ ਦਿੱਤੀ ਹੈ। ਤੇ ਉਹ ਜਿਹੜਾ ਇੰਪ੍ਰੈਸ਼ਨੇਬਲ ਉਮਰ ਹੈ, ਉਸ ਉਮਰ ਨੂੰ ਭਰਤੀ ਕਰਕੇ ਹੀ ਕੰਮ ਕਰਨਾ ਚਾਹੁੰਦੇ ਨੇ। ਇਹ ਅਦਾਰਿਆਂ ਦਾ ਇੱਕ ਬੁਨਿਆਦੀ ਕੰਮ ਜਿਹੜਾ ਉਹਨਾਂ ਨੇ ਸਾਰਿਆਂ ਨੇ ਫੜ ਲਿਆ। ਤੇ ਉਸ ਤੋਂ ਬਾਅਦ ਉਹ ਇਹ ਕਹਿੰਦੇ ਨੇ ਕਿ ਵੀ ਸਾਡੇ ਜਿਹੜੇ ਬੰਦਿਆਂ ਨੂੰ ਅਸੀਂ ਪੜ੍ਹਾਉਣਾ ਚਾਹੁੰਦੇ ਹਾਂ ਜਾਂ ਜਿਹੜਿਆਂ ਨੂੰ ਦਿਖਾਉਣਾ ਚਾਹੁੰਦੇ ਹਾਂ, ਅੱਜ ਕੱਲ੍ਹ ਫੇਸਬੁੱਕ ਤੇ YouTube ਸਾਰਾ ਡਾਟਾ ਦੇ ਦਿੰਦੇ ਨੇ। ਮੈਂ ਇਹ 4 ਸਾਲ ਇਹ ਭਾਸ਼ਣ ਸੁਣਦਾ ਆਇਆ ਜੀ। ਜਦੋਂ ਇਹ ਕਹਿ ਦਿੰਦੇ ਨੇ ਜੀ ਕਿ ਵੀ ਤੁਹਾਨੂੰ ਸੁਣਦੇ ਤਾਂ 24 ਸਾਲ ਤੋਂ 25 ਸਾਲ ਵਾਲੇ ਨੇ, ਤੇ ਮੇਰੇ ਵਰਗਾ ਜਿਹੜਾ ਬੰਦਾ 50 ਦੇ ਨੇੜੇ ਪਹੁੰਚਿਆ ਹੋਇਆ ਤੇ 50 ਵਾਲੇ ਨੂੰ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂਗਾ ਕਿ ਵੀ ਇਹ ਖਬਰ ਜਿਹੜੇ ਕਰੂਗਾ ਇਹਦੇ ਵਿੱਚ 24 ਸਾਲ ਦੇ ਬੰਦੇ ਦੀ ਉਮਰ ਹੋਏਗੀ, ਚਾਹੇ ਖਬਰ ਤੁਸੀਂ ਰੋਜ਼ਗਾਰ ਤੇ ਕਰਨੀ ਹੋਵੇ। ਸੋ ਇਸ ਕਰਕੇ ਇਹ ਉਹਨਾਂ ਲਈ ਸਾਡੇ ਮਾਹੌਲ ਨਾਲੋਂ ਇਸ ਵੇਲੇ ਉਹਨਾਂ ਦੀ ਚੁਣੌਤੀਆਂ ਵੱਡੀਆਂ ਨੇ ਤੇ ਉਹਨਾਂ ਤੋਂ ਉਮੀਦਾਂ ਵੀ ਵੱਡੀਆਂ ਨੇ, ਤੇ ਮੈਂ ਉਹਨਾਂ ਬਾਰੇ ਆਸ ਮੰਨਦਾ ਜੀ। ਅਮਿਤ ਜੀ, ਇਸ ਤਰ੍ਹਾਂ ਹੈ ਕਿ ਜੇ ਕੋਈ ਜਿਹੜੀ ਖਬਰ ਅੱਜ ਨਿਊਜ਼ਪੇਪਰ ਛਪਦੀ ਹੈ, ਜੇ ਉਹੋ ਹੀ ਖਬਰ ਸੋਸ਼ਲ ਮੀਡੀਆ ਦੇ ਉੱਤੇ ਆ ਜਾਂਦੀ ਹੈ ਤੇ ਉਹ ਉਹਦੇ ਪਾਠਕ ਨਹੀਂ ਹੈਗੇ ਅਖਬਾਰਾਂ ਦੇ, ਜਿੰਨੀ ਉਹ ਖਬਰ ਜਿੱਥੋਂ ਤੱਕ ਉਹ ਪਹੁੰਚ ਜਾਂਦੀ ਹੈ। ਮਤਲਬ ਕਿ ਬਹੁਤ ਤੇਜ਼ ਤਰਾਰ ਜਿਹੜਾ ਸਾਰਾ ਹੋ ਗਿਆ। ਜਿਹੜੇ ਵੈਬ ਪੋਰਟਲ ਨੇ ਉਹਨਾਂ ਨੇ ਬੜੇ, ਮੇਰੀ ਜਾਚੇ ਕੁਝ ਵੈਬ ਪੋਰਟਲ ਨੇ ਉਹਨਾਂ ਨੇ ਬੜੇ ਕਮਾਲ ਦਾ ਕੰਮ ਜਿਹੜਾ ਉਹ ਕੀਤਾ। ਔਰ ਜਿਹੜਾ ਪੱਤਰਕਾਰਾਂ ਦਾ ਮੈਂ ਕੁਝ ਦਾ ਜ਼ਿਕਰ ਕੀਤਾ, ਜਿਹੜੇ ਯੂਟਿਊਬਰ ਨੇ ਉਹ ਵੀ ਬੜੇ ਕਮਾਲ ਦਾ ਜਿਹੜੀ ਮਿਹਨਤ ਕਰ ਰਹੇ ਨੇ। ਤੁਹਾਨੂੰ ਲੱਗਦਾ ਕਿ ਜਿਹੜਾ ਭਵਿੱਖ ਹੈ ਪੱਤਰਕਾਰੀ ਦਾ, ਜੇ ਆਪਾਂ ਪੰਜਾਬੀ ਪੱਤਰਕਾਰੀ ਨੂੰ ਨਾ ਕਹੀਏ, ਸਿਰਫ ਪੱਤਰਕਾਰੀ ਦੀ ਗੱਲ ਕਰੀਏ, ਜਾਂ ਜਿਹੜੀ ਪੂਰੇ ਮੁਲਕ ਦੀ ਆਪਣੀਆਂ ਬੋਲੀਆਂ ਜਾਣ ਵਾਲੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਦੇ ਵਿੱਚ, ਜਾਂ ਇੱਥੇ ਭਾਰਤ ਦੇ ਵਿੱਚ, ਕਿਉਂਕਿ ਜਿਹੜੀ ਚੀਜ਼ ਇੱਥੋਂ ਹੋ ਰਹੀ ਆ, ਤੁਸੀਂ ਹੁਣ ਇੱਥੇ ਬਣਾਓ, ਪੂਰੀ ਦੁਨੀਆ 'ਚ ਦੇਖਿਆ ਜਾ ਰਿਹਾ, ਜਿੱਥੇ ਮਰਜ਼ੀ ਬੈਠ ਕੇ ਦੇਖ ਲਓ, ਉਹ ਤਾਂ ਸੀਮਾਵਾਂ ਹੀ ਖਤਮ ਹੋ ਗਈਆਂ। ਤੁਹਾਨੂੰ ਲੱਗਦਾ ਕਿ ਇਹ ਜਿਹੜਾ ਭਵਿੱਖ ਹੈ ਇਹ ਬਹੁਤ ਚੰਗਾ ਹੈ ਵੈਬ ਪੋਰਟਲ ਦਾ, ਜਾਂ ਯੂਟਿਊਬਰ ਜਿਹੜੇ ਨੇ ਜਿਹੜੇ ਹੁਣ ਇਹਦੇ ਵਿੱਚ ਜਿਹੜੇ ਆ ਰਹੇ ਨੇ ਆਪੋ ਆਪਣੇ ਚੈਨਲ ਬਣਾ ਕੇ, ਔਰ ਇਹੀ ਰਹਿ ਜਾਣਗੇ? ਕਿਉਂਕਿ ਅੱਜ ਤੋਂ ਜੇ ਮੈਂ 1 ਸਾਲ ਪਹਿਲਾਂ ਦੀ ਗੱਲ ਕਰਾਂ ਤੇ OTT ਦੇ ਬਾਰੇ 'ਚ ਮੈਂ ਕੁਝ ਨਹੀਂ ਸੀ ਜਾਣਦਾ। ਮੈਂ ਵਿਰੋਧ 'ਚ ਹੁੰਦਾ ਸੀ ਕਿ ਮੈਂ ਉੱਥੇ ਉਹਨੂੰ ਬਾਏ ਕਰਕੇ ਉਹਦੇ ਉੱਤੇ ਕਿਉਂ ਸੀਰੀਜ਼ ਦੇਖਾਂ। ਅੱਜ ਮੈਨੂੰ ਇਹ ਲੱਗਦਾ ਨਹੀਂ, ਉਹਦੇ ਉੱਤੇ ਤਾਂ ਇਨਫੋਰਮੇਸ਼ਨ ਹੀ ਬੜੀ ਕਮਾਲ ਦੀ ਪਈ ਆ। ਬੀਬੀ ਜਗੀਰ ਕੌਰ ਹੋਰਾਂ ਨੇ ਵਿਰੋਧ ਕਰਤਾ ਇੱਕ ਸੀਰੀਜ਼ ਦਾ, ਤੇ ਉਹ ਜਿੱਦਣ ਆਈ ਮੈਂ ਉਸੇ ਦਿਨ ਬਹਿ ਕੇ ਉਹਨੂੰ ਨਿੱਠ ਕੇ ਦੇਖਿਆ ਸਾਰੀ ਨੂੰ, ਵੀ ਇਹਦੇ ਵਿੱਚ ਕਿਹੜੀ ਗਲਤ ਚੀਜ਼ ਆ ਜਿਹਦਾ ਉਹ ਵਿਰੋਧ ਕਰ ਰਹੇ। ਮੈਨੂੰ ਕੁਝ ਦਿਸਿਆ ਨਹੀਂ, ਮੈਂ ਉਹ ਲਿਖਿਆ ਉਹਦੇ ਬਾਰੇ। ਫਿਰ ਲੋਕਾਂ ਨੇ ਬਹੁਤ ਉਹਦੇ ਹੇਠਾਂ ਕਮੈਂਟ ਕੀਤੇ ਵੀ ਹਾਂ ਉਹ ਵੀ ਵੇਖ ਰਹੇ ਨੇ ਜਾਂ ਵੇਖਣੀ ਚਾਹੁੰਦੇ ਨੇ। ਮੈਨੂੰ ਇਹ ਲੱਗਿਆ ਕਿ ਚੰਗੀ ਚੀਜ਼ ਆ ਇਹ, ਜਿਹੜੀ ਪ੍ਰਚਾਰ ਹੋਣੀ ਚਾਹੀਦੀ ਹੈ। ਤੇ ਤੁਹਾਨੂੰ ਲੱਗਦਾ ਇਸ ਤਰੀਕੇ ਦੇ ਨਾਲ ਜਿਹੜੇ ਵੈਬ ਪੋਰਟਲ ਨੇ ਜਾਂ ਜਿਹੜੇ ਯੂਟਿਊਬਰ ਨੇ, ਤੁਹਾਡੇ ਵਰਗੇ ਲੋਕ ਹੁਣ ਆਏ ਨੇ, ਇਹਦਾ ਚੰਗਾ ਇੱਕ ਭਵਿੱਖ ਹੈ ਜਿਹਦੇ ਵਿੱਚ ਘੱਟੋ ਘੱਟ ਜਿਹੜੇ ਤੁਸੀਂ ਬਾਰ-ਬਾਰ ਜਿੱਧਰ ਨੂੰ ਇਸ਼ਾਰੇ ਕਰ ਰਹੇ ਹੋ, ਬਹੁਤ ਸਾਰੇ ਲੋਕ ਸਮਝ ਗਏ ਹੋਣਗੇ, ਮੀਟਿੰਗਾਂ ਕੀਤੀਆਂ ਜਾ ਰਹੀਆਂ, ਉੱਥੋਂ ਲੈ ਕੇ ਜਿਹੜਾ ਉੱਥੋਂ ਪੈਦਾ ਰਿਹਾ, ਉਹਦੇ ਤੋਂ ਕਿਤੇ ਨਾ ਕਿਤੇ ਆਜ਼ਾਦ ਹੋ ਕੇ ਗੱਲ ਜਿਹੜੀ ਆ ਉਹ ਕਹੀ ਜਾ ਸਕੂਗੀ, ਔਰ ਦਾਇਰਾ ਬਹੁਤ ਬੋਕੜਾ ਜਿਹੜਾ ਪੇੜਾ ਬਹੁਤ ਵੱਡਾ ਹੋ ਜਾਊਗਾ। ਇਹਦੇ ਵਿੱਚ ਨਾ ਸਾਨੂੰ ਕਈ ਸਾਰੀਆਂ ਜਿਹੜੀਆਂ ਪਹਿਲ ਕਦਮੀਆਂ ਕਰਨੀਆਂ ਪੈਣਗੀਆਂ। ਜਿਵੇਂ ਇੱਕ ਤਾਂ ਗੱਲ ਇਹ ਹੈ ਕਿ ਪੰਜਾਬੀ ਵਰਗੀ ਬੋਲੀ ਇਹ ਇੱਕ ਛੋਟੀ ਬੋਲੀ ਹੈ, ਉਸ ਸੈਂਸ ਦੇ ਵਿੱਚੋਂ ਛੋਟੀ ਹੋਰ ਕਿਸੇ ਪੱਖੋਂ ਨਹੀਂ। ਬੋਲੀਆਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ, ਸਭ ਦੀ ਪੂਰੀ ਗੁੰਜਾਇਸ਼ ਹੁੰਦੀ ਹੈ, ਸਾਰੇ ਦੇ ਵਿੱਚ ਸਾਰੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ। ਮੈਂ ਉਸ ਗੱਲ ਦੇ ਵਿੱਚ ਨਹੀਂ ਜਾਂਦਾ ਕਿ ਵੀ ਕੋਈ ਮੇਰੇ ਨਾਲ ਕੁਇਜ਼ ਖੇਡਣਾ ਸ਼ੁਰੂ ਕਰ ਦੇਵੇ ਜੀ ਕਿ ਆਹ ਬੱਕੜਵਾਹ ਦੀ ਅੰਗਰੇਜ਼ੀ ਦੱਸੋ, ਜਾਂ ਮੈਨੂੰ ਕੋਈ ਕਹੇ ਕਿ ਵੀ ਆ ਐਮਨੀਜ਼ੀਆ ਦੀ ਪੰਜਾਬੀ ਦੱਸੋ, ਨਾ। ਮੈਂ ਇਸ ਗੱਲ ਦੇ ਵਿੱਚ ਨਹੀਂ ਪੈਂਦਾ। ਇਸ ਕਿਸਮ ਦੀਆਂ ਜਿਹੜਾ ਕੁਇਜ਼ ਆ ਉਹ ਕਿਸੇ ਵੀ ਬੋਲੀ 'ਚ ਕੀਤਾ ਜਾ ਸਕਦਾ। ਤੁਸੀਂ ਕਿਹੜੀ ਬੋਲੀ ਨੂੰ ਕਿਵੇਂ ਵਰਤਦੇ ਹੋ ਤੇ ਉਸ ਬੋਲੀ ਨੂੰ ਕਿੰਨਾ ਮਾਂਝ ਕੇ ਰੱਖਦੇ ਹੋ, ਇਹ ਉਹਦੇ ਵਰਤਣਹਾਰਿਆਂ ਦੇ ਉੱਤੇ ਹੀ ਹੁੰਦਾ। ਪਰ ਜਦੋਂ ਅਸੀਂ ਪੂਰਾ ਇਹ ਮਾਹੌਲ ਦੇਖਦੇ ਹਾਂ, ਜਿਸ ਮਾਹੌਲ ਦੇ ਵਿੱਚ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਤੇ ਸਾਡੇ ਕੋਲ ਗਿਣਤੀ ਘੱਟ ਹੈ ਬੰਦਿਆਂ ਦੀ। ਇੱਕ ਤਾਂ ਸਾਨੂੰ ਜਿਹੜੀ ਸਾਡੀ ਪੱਤਰਕਾਰੀ ਹੈ ਉਹਦੇ ਬਾਰੇ ਕੁਝ ਚੀਜ਼ਾਂ ਸੋਚਣ ਦੀ ਲੋੜ ਹੈ। ਜਿਵੇਂ ਗੱਲ ਇਹ ਹੈ ਕਿ ਤੁਸੀਂ, ਮੈਂ ਜਾਂ ਹੋਰ ਜਿਹੜੇ ਸਾਡੇ ਵਰਗੇ ਬੰਦੇ ਨੇ, ਸਾਨੂੰ ਇਹ ਦੇਖਣਾ ਪਊਗਾ ਕਿ ਅਸੀਂ ਪੱਤਰਕਾਰੀ ਦੇ ਵਿੱਚ ਇੱਕ ਦੂਜੇ ਨਾਲ ਕਿਸ ਕਿਸਮ ਦੀ ਕੋਲੈਬੋਰੇਸ਼ਨ ਕਰ ਸਕਦੇ ਹਾਂ। ਮੈਂ ਤਾਂ ਤੁਹਾਡੇ ਵਰਗੀ ਪੱਤਰਕਾਰੀ ਨਹੀਂ ਕਰਦਾ, ਪਰ ਤੁਹਾਡੀ ਵਰਗੀ ਪੱਤਰਕਾਰੀ ਦੀ ਤਾਂ ਲੋੜ ਹੈ। ਸੋ ਇਹ ਇਸ ਕਿਸਮ ਨਾਲ ਇੱਕ ਤਾਂ ਗੱਲ ਹੈ ਕਿ ਵੀ ਵੱਖਰੇ ਵੱਖਰੇ ਅਦਾਰਿਆਂ ਨੂੰ ਰਲ ਕੇ ਕੰਮ ਕਰਨਾ ਪਊਗਾ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡੇ
ਖਿੱਤੇ ਦੇ ਵਿੱਚ ਸੋਚਣ ਸਮਝਣ ਪੜ੍ਹਨ ਲਿਖਣ ਵਾਲਾ ਬੰਦਾ ਹੈ, ਉਹਨੂੰ ਇਹ ਸੋਚਣਾ ਪਏਗਾ ਕਿ ਜਿਹੜੇ ਉਹਦੇ ਪ੍ਰਿਵਿਲੇजेस ਨੇ ਸੋਚਣ ਸਮਝਣ ਪੜ੍ਹਨ ਦੇ, ਜਿਹਦੇ ਕਾਰਨ ਉਹ ਇਹ ਫੈਸਲੇ ਕਰ ਸਕਦੇ ਨੇ ਕਿ ਆਹ ਚੰਗਾ ਤੇ ਆਹ ਮਾੜਾ ਹੈ। ਐਗਜ਼ੈਕਟਲੀ। ਇਹ ਫੈਸਲੇ ਕਰਨ ਦਾ ਜਿਹੜਾ ਸ਼ਊਰ ਹੈ ਉਹ ਅਗਲੀ ਪੀੜ੍ਹੀ ਨੂੰ ਤੇ ਅਗਲੇ ਜਿਹੜੇ ਉਹਨਾਂ ਤੱਕ ਤੁਸੀਂ ਕਿਵੇਂ ਲੈ ਕੇ ਜਾਣਾ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ ਕਿ ਆਹ ਦੇਖੋ ਆਹ ਨਾ ਦੇਖੋ, ਪਰ ਉਹਨਾਂ ਨੂੰ ਇਹ ਜ਼ਰੂਰ ਦੱਸਣਾ ਪਏਗਾ ਕਿ ਵੀ ਮਨੁੱਖੀ ਕਦਰਾਂ ਕੀਮਤਾਂ ਆਹ ਹੁੰਦੀਆਂ ਨੇ, ਉਹ ਨਾ ਕਰੋ ਜਿਹੜਾ ਸਾਨੂੰ ਮਨੁੱਖ ਦੀ ਬਜਾਏ ਜਾਨਵਰ ਵੱਲ ਨੂੰ ਲੈ ਕੇ ਜਾਂਦਾ ਹੈ। ਬਿਲਕੁਲ ਜੀ। ਉਹ ਨਾ ਕਰੋ ਜਿਹੜਾ ਤੁਹਾਨੂੰ ਸਾਰਾ ਦਿਨ ਸੋਚਣ ਸਮਝਣ ਵਾਲੀ ਹਾਲਤ ਦੇ ਵਿੱਚੋਂ ਬਾਹਰ ਕੱਢ ਕੇ ਇੰਪਲਸਿਵ ਬਣਿਆ ਰਹਿੰਦਾ। ਇੱਥੇ ਤੁਸੀਂ ਕੰਪਿਊਟਰ ਦੇ ਸਾਹਮਣੇ ਬੈਠੇ ਹੋ, ਥੋੜਾ ਚਾਹ ਪੀਣ ਨੂੰ ਚਿੱਤ ਨਹੀਂ ਕਰਦਾ, ਤੇ ਸ਼ਾਮ ਨੂੰ ਜਦੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਵੀ ਤੁਸੀਂ ਦਿਨ ਦੇ ਵਿੱਚ ਕੀ ਪੜ੍ਹਿਆ ਤੇ ਕੀ ਨਹੀਂ ਪੜ੍ਹਿਆ, ਤੁਹਾਨੂੰ ਪਤਾ ਲੱਗਿਆ ਜੀ ਕਿ ਵੀ ਲੁਧਿਆਣੇ ਦੇ ਵਿੱਚ ਕੋਈ ਚੋਰੀ ਹੋ ਗਈ, ਉਹਦੇ ਬਾਰੇ 4 ਜਿਹੜੇ ਬੰਦੇ ਨੇ ਉਸ ਫੇਸਬੁੱਕ ਲਾਈਵ ਕਰੀ ਜਾ ਰਹੇ ਨੇ ਨਾ। ਹੁਣ ਉਹ ਜਿਹੜਾ ਤਵਾਜ਼ਨ ਹੈਗਾ ਉਹ ਸਾਨੂੰ ਹੀ ਕਾਇਮ ਰੱਖਣਾ ਪਊਗਾ, ਤੇ ਜੇ ਉਹਦੇ ਵਿੱਚ ਮਿਆਰੀ ਪੱਤਰਕਾਰੀ ਹੋਏਗੀ, ਖਾਸ ਤੌਰ ਦੇ ਉੱਤੇ ਫੀਲਡ ਦੀ ਰਿਪੋਰਟਿੰਗ ਜਿਹੜੀ ਹੋਏਗੀ, ਸਾਡੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਨੰਬਰ ਦੇ ਵਿੱਚ ਤੇ ਕੱਲ ਨੂੰ ਉਹ ਆ ਜਾਏਗਾ। ਮੈਂ ਇਹਦੀ ਬਹੁਤ ਹੀ ਜਿਹੜੀ ਹੈ ਭੱਦੀ ਜਾਂ ਚੰਗੀ ਜੋ ਵੀ ਕਹੋ ਉਹਦੀ ਮਿਸਾਲ ਦੇ ਸਕਦਾ ਕਿ ਵੀ ਆਨਲਾਈਨ ਦੇ ਉੱਤੇ ਸਭ ਤੋਂ ਵੱਧ ਜਿਹੜੇ ਹਿੱਟ ਤੇ ਲਾਈਕ ਨੇ ਉਹ ਤਾਂ ਬਲੂ ਫਿਲਮਾਂ ਦੇ ਆਉਂਦੇ ਨੇ। ਤੇ ਜਦੋਂ ਤੁਸੀਂ ਹਿੱਟ ਤੇ ਲਾਈਕ ਲਈ ਖਬਰ ਕਰਦੇ ਹੋ ਤੇ ਤੁਹਾਡਾ ਜਿਹੜਾ ਮੁਹਾਨ ਆ ਉਹ ਤੈਅ ਹੋ ਗਿਆ, ਤੁਸੀਂ ਕਿਹਦੀ ਨਕਲ ਕਰ ਰਹੇ ਹੋ। ਮਤਲਬ ਜਿਹੜੀ ਪੋਰਨੋਗ੍ਰਾਫੀ ਹੁੰਦੀ ਆ ਉਹ ਸਿਰਫ ਕਾਮ ਹੀ ਨਹੀਂ ਹੁੰਦਾ। ਪੋਰਨੋਗ੍ਰਾਫੀ ਜਿਹੜੀ ਮੇਰੇ ਦਿਮਾਗ ਦੀ ਖਪਤ ਹੈ, ਜਦੋਂ ਤੁਸੀਂ ਮੇਰੇ ਦਿਮਾਗ ਨੂੰ ਬੰਦੇ ਦਾ ਦਿਮਾਗ ਬਣਨ ਦੀ ਬਜਾਏ ਇੱਕ ਖਪਤਕਾਰ ਦਾ ਦਿਮਾਗ ਮੰਨਦੇ ਹੋ, ਉਹ ਵੀ ਪੋਰਨੋਗ੍ਰਾਫੀ ਹੀ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਆਪਣਾ ਸਮਾਨ ਵੇਚਦੇ ਹੋ। ਸੋ ਇਸ ਕਰਕੇ ਜਿਹੜਾ ਇਸ ਕਿਸਮ ਦਾ ਸਮਾਨ ਹੈ ਉਹ ਹਮੇਸ਼ਾ ਹੀ ਇਹ ਕਹੂਗਾ ਕਿ ਅਸੀਂ ਜੀ ਇੰਨੇ 10 ਲੱਖ ਹੈ ਨਾ, ਮੈਨੂੰ ਤੇ ਤੁਹਾਨੂੰ ਤਾਂ ਕਹਿਣਾ ਵੀ ਔਖਾ ਲੱਗਦਾ ਕਿ ਵੀ 10 ਲੱਖ ਨਾ, ਉਹ 10 ਲੱਖਾਂ 'ਚ ਹੀ ਗੱਲ ਕਰਦੇ ਨੇ ਨਾ। ਤੁਸੀਂ ਦੇਖੋ ਕਿ ਵੀ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਦੋਨੇ ਪਾਸੇ ਤੇ ਪੂਰਾ ਜਿਹੜਾ ਸਾਡਾ ਡਾਇਸਪੋਰਾ ਹੈਗਾ ਉਹ ਸਾਰੇ ਨੂੰ ਰਲਾ ਕੇ ਬੰਦੇ ਅਸੀਂ ਹੈਗੇ ਆ 20 ਕਰੋੜ, ਤੇ ਇਹਨਾਂ ਦੇ ਜਿਹੜੇ ਵਿਊਅਰ ਹੈਗੇ ਆ ਉਹ ਹੈਗੇ 40 ਕਰੋੜ ਹੈ ਨਾ। ਸੋ ਇਸ ਕਰਕੇ ਸਾਨੂੰ ਇਹ ਪਤਾ ਰਹਿਣਾ ਚਾਹੀਦਾ ਤੁਹਾਡੇ ਮੇਰੇ ਵਰਗੇ ਬੰਦਿਆਂ ਨੂੰ, ਸਾਡੇ ਵਰਗੇ ਸਾਰਿਆਂ ਨੂੰ, ਵੀ ਅਸੀਂ 40 ਕਰੋੜ ਦੇ ਦਾਅਵੇਦਾਰ ਨਹੀਂ ਹੋ ਸਕਦੇ, ਅਸੀਂ 1 ਕਰੋੜ ਦੇ ਵੀ ਦਾਅਵੇਦਾਰ ਨਹੀਂ ਹੋ ਸਕਦੇ। ਕੀ ਅਸੀਂ ਕਿਸੇ ਏਦਾਂ ਦੇ ਨੰਬਰ ਤੇ ਜਾ ਸਕਦੇ ਹਾਂ ਜਿਹੜਾ ਨੰਬਰ ਅਸੀਂ ਰਲ ਕੇ ਲੈ ਆਈਏ ਤੇ ਉਸ ਨੰਬਰ ਦੇ ਨਾਲ ਜਿਹੜੀਆਂ ਸਮਾਜ ਦੀਆਂ ਜ਼ਿੰਮੇਵਾਰ ਧਿਰਾਂ ਨੇ ਉਹ ਆ ਕੇ ਕਹਿਣ ਕਿ ਜੀ ਹਾਂਜੀ ਅਸੀਂ ਤੁਹਾਨੂੰ ਇਸ ਦੇ 1000 ਰੁਪਇਆ 1 ਸਾਲ ਦਾ ਦਿਆਂਗੇ। ਸਾਨੂੰ ਕਿਸੇ ਨਾ ਕਿਸੇ ਨੂੰ ਤਾਂ ਇਹ ਜ਼ਿੰਮੇਵਾਰੀ ਲੈਣੀ ਪਊਗੀ ਨਾ ਕਿ ਵੀ ਅਸੀਂ, ਜੇ ਸਾਡੇ ਮੋਢੇ ਦੇ ਉੱਤੋਂ ਮੰਡੀ ਦਾ ਬੋਝਾ ਉਤਰਨਾ ਹੈ ਤੇ ਉਹ ਕਿਸੇ ਨੇ ਤਾਂ ਚੱਕਣਾ ਹੀ ਹੈ ਨਾ। ਬਿਲਕੁਲ। ਹਾਂ ਜੀ ਅਮੀ ਜੀ, ਆਪਾਂ ਇਹ ਜਿਹੜਾ ਡਾਇਲਾਗ ਹੈ, ਮੇਰੀ ਇਹ ਇੱਛਾ ਹੈ ਕਿ ਆਪਾਂ ਕਿਸੇ ਨਾ ਕਿਸੇ ਰੂਪ 'ਚ, ਚਾਹੇ ਮਹੀਨੇ ਬਾਅਦ ਕਿਤੇ ਹੋ ਗਏ, ਕਿਸੇ ਇੱਕ ਸਬਜੈਕਟ ਨੂੰ ਲੈ ਲਿਆ, ਕਿਉਂਕਿ ਅੱਜ ਤਾਂ ਮੈਂ ਇਹ ਚਾਹੁੰਦਾ ਸੀਗਾ ਕਿ ਜਿਹੜਾ ਤੁਹਾਡਾ ਵੈਂਚਰ ਹੈ ਨਵਾਂ, ਇਹਦੀ ਕੁਝ ਗੱਲ ਜਿਹੜੀ ਉਹ ਕੀਤੀ ਜਾਵੇ। ਜਦੋਂ ਵੀ ਤੁਸੀਂ ਆਖੋਗੇ ਪੇਜ ਹਾਜ਼ਰ ਹੈ, ਜੇ YouTube ਤੇ ਕਹੋਗੇ ਉਹ ਹਾਜ਼ਰ ਹੈ, ਹਰ ਪੱਖੋਂ ਜਦੋਂ ਤੁਸੀਂ ਕਹੋਗੇ ਜਿਹੜਾ ਭੇਜੋਗੇ ਮੈਂ ਉਹ ਸ਼ੇਅਰ ਕਰਨ ਦੇ ਵਾਸਤੇ ਤਿਆਰ ਹਾਂ, ਕਿਉਂਕਿ ਮੈਨੂੰ ਉਹ ਵੇਖਣ ਦੀ ਵੀ ਲੋੜ ਨਹੀਂ ਕੁਝ ਬੰਦਿਆਂ ਦੇ ਵਾਸਤੇ। ਮੈਨੂੰ ਪਤਾ ਕਿ ਉਹਦੇ ਵਿੱਚ ਜਿਹੜੀ ਜਾਣਕਾਰੀ ਹੋਊਗੀ ਉਹ ਕਮਾਲ ਦੀ ਜਿਹੜੀ ਉਹ ਜਾਣਕਾਰੀ ਹੋਊਗੀ। ਪਰ ਮੇਰੇ ਲਈ ਜ਼ਰੂਰੀ ਹੈ ਕਿ ਤੁਸੀਂ ਦੇਖੋ ਤੇ ਮੈਨੂੰ ਇਸ ਗੱਲ ਦੀ ਉਹ ਰਾਏ ਦੇਵੋ। ਤੇ ਮੈਂ ਤਾਂ ਉਹ ਗੱਲ ਕਹੀ ਸੀ ਕਿ ਮੈਂ ਦੇਖਿਆ, ਉਹਦੇ ਵਿੱਚ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਬਹੁਤ ਡਿਫਰੈਂਟ ਲੱਗੀਆਂ, ਔਰ ਮੈਨੂੰ ਇਹ ਲੱਗਿਆ ਕਿ ਇਹ ਮੈਂ ਕਿਉਂ ਨਹੀਂ ਕੀਤਾ ਇਸ ਕਿਸਮ ਦਾ ਜੀ। ਇਹ ਮੇਰੇ ਉਦੋਂ ਇਹ ਇੱਛਾ ਜਾਗੀ, ਔਰ ਮੈਂ ਸਮਝਦਾ ਕਿ ਇਹ ਇੱਕ ਪੋਜ਼ਿਟਿਵ ਚੀਜ਼ ਹੁੰਦੀ ਹੈ ਕਿ ਮੈਂ ਕਿਉਂ ਨਹੀਂ ਕਰ ਸਕਿਆ ਇਸ ਕਿਸਮ ਦੇ ਨਾਲ। ਅਮੀ ਹੁਰੀ ਇਹ ਲੈ ਕੇ ਆਏ, ਜਦੋਂ ਤੁਸੀਂ ਉਹ ਮੈਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਜਿਹੜਾ ਲੈ ਕੇ ਆਉਣਾ, ਮੈਨੂੰ ਉਸ ਦਿਨ ਦੀ ਇੱਕ ਐਕਸਾਈਟਮੈਂਟ ਸੀ ਕਿ ਮੈਂ ਦੇਖਾਂ ਕਿ ਤੁਸੀਂ ਕਿਹੜੀ ਚੀਜ਼ ਜਿਹੜੀ ਲੈ ਕੇ ਆਓਗੇ। ਔਰ ਮੈਨੂੰ ਇਸ ਗੱਲ ਦਾ ਯਕੀਨ ਹੈ ਜਿਹੜੀ ਤੁਸੀਂ ਗੱਲ ਉਹ ਬਹੁਤ ਕਮਾਲ ਦੀ ਕਹੀ ਹੈ, ਬਹੁਤ ਕਮਾਲ ਦੀ ਹੈ ਕਿ ਜਿਹੜੀਆਂ ਹਿੱਟਸ ਨੇ ਜ਼ਿਆਦੀਆਂ ਉਹ ਕਿਹਨੂੰ ਪੈਂਦੀਆਂ ਨੇ। ਉਹ ਤੁਹਾਨੂੰ ਇਹੀ ਬਸ ਡਿਫਰੈਂਸ ਜਿਹੜਾ ਬਣਾ ਕੇ ਰੱਖਣਾ ਪਊਗਾ ਕਿ ਤੁਸੀਂ ਕੀ ਗੱਲ ਕਰਨੀ ਚਾਹੁੰਦੇ ਹੋ। ਉਹਦੇ ਉੱਤੇ ਜ਼ਰੂਰੀ ਨਹੀਂ ਕਿ ਬਹੁਤ ਜ਼ਿਆਦੀਆਂ ਜਿਹੜੀਆਂ ਉਹ ਹਿੱਟ ਵੱਜਣ। ਆਪਾਂ ਇਹ ਜਿਹੜਾ ਡਾਇਲਾਗ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਜਾਰੀ ਰੱਖਾਂਗੇ, ਚਾਹੇ ਕਿਤੇ ਮਹੀਨੇ 'ਚ 1 ਵਾਰੀ ਹੋ ਗਿਆ, ਮਹੀਨੇ 'ਚ 2 ਵਾਰੀ ਹੋ ਗਿਆ, ਕਿਸੇ ਨਾ ਕਿਸੇ ਇੱਕ ਸਬਜੈਕਟ ਦੇ ਉੱਤੇ ਲੈ ਕੇ। ਬੇਸ਼ੱਕ ਅਸੀਂ ਲੜ ਭਿੜ ਕੇ ਕਿਉਂ ਨਾ ਉਹਨੂੰ ਬੰਦ ਕਰੀਏ ਜੀ, ਕੋਈ ਵਿਰੋਧੀ ਵਿਚਾਰਾਂ ਵਾਲੇ, ਫਿਰ ਕਹਾਂਗੇ ਵੀ ਚਲੋ ਇਕੱਠੇ ਬਹਿ ਕੇ ਚਾਹ ਪੀ ਲਈਏ।
ਜੀ ਧੰਨਵਾਦ ਉਹ ਤੇ ਤੁਸੀਂ ਬੁਲਾਏਂਗੇ ਤੇ ਮੈਂ ਤੇ ਇਹੀ ਕਹਾਂਗਾ ਕਿ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂ, ਜਦੋਂ ਮਰਜ਼ੀ ਮਿਲੀਏ, ਇਸੇ ਤੇ ਇੱਕ ਆਪਣਾ ਤੇ ਇੱਕ ਜਿਹੜੀ ਰਿਸਪੈਕਟ ਹੈ ਇੱਕ ਦੂਸਰੇ ਦੀ, ਉਹਦੇ ਨਾਲ ਮਿਲਦੇ ਰਹੀਏ। ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਥੈਂਕ ਯੂ।